CKYE 89.1 ਅਤੇ 93.1 ਰੈਡ FM ਤੇ ਸ਼ਾਮਲ ਹੋ ਤੁਸੀਂ ਦਾ ਈਵਨਿੰਗ ਸ਼ੋਅ ਵਿੱਚ। ਤੇ ਅੱਜ ਅਸੀਂ ਤੁਹਾਡੇ ਨਾਲ ਇੱਕ ਐਸੀ ਸ਼ਖਸੀਅਤ ਦੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਬਾਰੇ ਸੁਣ ਕੇ ਤੁਸੀਂ ਸਾਰੇ ਹੀ ਇਸ ਨੂੰ ਇਨਕਰੇਜ ਕਰੋਗੇ ਹੋਰ, ਕਿਉਂਕਿ ਨਾਲ ਤੁਸੀਂ ਇਨਸਪਾਇਰ ਵੀ ਹੋਵੋਗੇ। ਸਾਡੇ ਕੋਲ ਬਹੁਤ ਸਾਰੀਆਂ ਕਾਲਸ ਆਉਂਦੀਆਂ ਨੇ ਜਿਸ ਵਿੱਚ ਕਿ ਕਿਹਾ ਜਾਂਦਾ ਹੈ ਕਿ ਜੀ ਜ਼ਰੂਰ ਸਾਡੇ ਨਾਲ ਕੋਈ ਸ਼ੇਅਰ ਕਰੋ, ਫਿਟਨੈਸ ਦੇ ਬਾਰੇ ਗੱਲਬਾਤ ਹੋਇਆ ਕਰੇ, ਤਾਂ ਕਿ ਜਿੱਥੇ ਕ੍ਰਾਈਸਿਸ ਅੱਜ ਵੇਖੀ ਜਾ ਰਹੀ ਆਪਣੇ ਭਾਈਚਾਰੇ ਵਿੱਚ, ਭਾਵੇਂ ਉਹ ਮੋਟਾਪੇਪਨ ਦੀ ਅਸੀਂ ਗੱਲ ਕਰੀਏ ਜਾਂ ਅਸੀਂ ਗੱਲ ਕਰੀਏ ਹਾਰਟ ਅਟੈਕਸ ਦੀ, ਕੋਲੈਸਟਰੋਲ ਦੀ ਗੱਲ ਕਰੀਏ ਜਾਂ ਸ਼ੂਗਰ ਦੀ ਕਰੀਏ, ਤਾਂ ਉਸ ਵਾਸਤੇ ਜ਼ਰੂਰਤ ਹੈ ਕਿ ਅਸੀਂ ਫਿਟ ਰਹੀਏ ਫਿਜ਼ੀਕਲੀ। ਆਫ ਕੋਰਸ ਮੈਂਟਲੀ ਫਿਟ ਵੀ ਸਾਨੂੰ ਰਹਿਣ ਦੀ ਲੋੜ ਹੈ, ਪਰ ਅੱਜ ਸਾਡਾ ਫੋਕਸ ਰਹੇਗਾ ਗੱਲਬਾਤ ਕਰਨ ਲਈ ਕਿ ਕਿਸ ਤਰ੍ਹਾਂ ਅਸੀਂ ਫਿਜ਼ੀਕਲ ਫਿਟ ਰਹਿ ਸਕਨੇ ਹਾਂ। ਸੋ ਇਸ ਤੋਂ ਬਿਹਤਰ ਹੋਰ ਕੌਣ ਹੋ ਸਕਦਾ ਹੈ ਸਾਡੇ ਨਾਲ ਗੱਲਬਾਤ ਕਰਨ ਲਈ, ਜਿਹੜੇ ਕਿ ਆਪ 10 ਵਾਰ ਮਿਸਟਰ ਪੰਜਾਬ ਰਹਿ ਚੁੱਕੇ ਨੇ, 4 ਵਾਰੀ ਮਿਸਟਰ ਨਾਰਥ ਇੰਡੀਆ, 4 ਵਾਰੀ ਮਿਸਟਰ ਚੰਡੀਗੜ੍ਹ, 2 ਵਾਰੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਸਿਲਵਰ ਮੈਡਲਿਸਟ, ਤੇ 2019 ਦੇ ਵਿੱਚ ਪੌਪੀਜ਼ ਕਲਾਸਿਕ ਓਵਰਆਲ ਚੈਂਪੀਅਨ ਕੈਨੇਡਾ ਰਹਿ ਚੁੱਕੇ ਨੇ। ਇੱਕ ਪ੍ਰੋਫੈਸ਼ਨਲ ਬਾਡੀ ਬਿਲਡਰ ਨੇ, ਸਰਟੀਫਾਈਡ ਪਰਸਨਲ ਟ੍ਰੇਨਰ ਨੇ ਤੇ ਸਰਟੀਫਾਈਡ ਸਪੋਰਟਸ ਨਿਊਟ੍ਰੀਸ਼ਨਿਸਟ ਵੀ ਹੈਗੇ ਨੇ। ਸੋ ਅੱਜ ਅਸੀਂ ਗੱਲਬਾਤ ਕਰਾਂਗੇ ਹਰਸਿਮਰਨ ਸਿੰਘ ਜੀ ਨਾਲ, ਜਿਹੜੇ ਕਿ ਅੱਜ ਸਾਡੇ ਨਾਲ ਗੱਲਬਾਤ ਕਰਕੇ ਦੱਸਣਗੇ ਕਿ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਹੈ। ਸਵਾਗਤ ਕਰਦੇ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਮੇਰਾ ਰੈਡ FM ਨੂੰ ਬਹੁਤ ਮੈਂ ਧੰਨਵਾਦ ਕਰਦਾ, ਹਰਪ੍ਰੀਤ ਜੀ, ਔਰ ਜਿੰਨੇ ਵੀ ਸਾਨੂੰ ਲੋਕ ਸੁਣਦੇ ਪਏ ਆ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ, ਬਹੁਤ ਵਧੀਆ। ਮਜ਼ਾ ਆ ਰਿਹਾ ਤੁਹਾਨੂੰ ਦੇਖ ਕੇ, ਡੋਲੇ ਸ਼ੌਲੇ ਸੋਹਣੇ ਹੈ, ਚੰਗੀ ਮਿਹਨਤ ਕਰਦੇ ਹੋ। ਹਾਂਜੀ ਜੀ, ਇਹ ਸਾਡੀ ਲਾਈਫ ਆ ਜਿਹੜੀ ਫਿੱਟ ਰਹਿਣਾ। ਪਹਿਲਾਂ ਤਾਂ ਆਪ ਫਿੱਟ ਰਹਿਣਾ, ਸਾਰਾ ਦਿਨ ਤਪੱਸਿਆ ਕਰੀਦੀ ਆ, ਫਿਰ ਰੱਖਿਆ ਕਿ ਲੋਕਾਂ ਨੂੰ ਵੀ ਇੰਸਪਾਇਰ ਕਰਾਂਗੇ ਇੱਕ ਦਿਨ, ਤੇ ਅੱਜ ਉਹ ਕੰਮ ਕਰ ਰਹੇ ਆ। ਬਹੁਤ ਖੂਬ। ਕਿੰਨੇ ਸਾਲ ਹੋ ਗਏ ਕੈਨੇਡਾ ਆਏ? ਮੈਨੂੰ ਜੀ 3 ਸਾਲ ਹੋ ਗਏ ਆ। ਅੱਛਾ। ਐਜ਼ ਅ ਸਟੂਡੈਂਟ ਮੈਂ ਆਇਆ ਸੀਗਾ ਤੇ ਹੁਣ ਐਜ਼ ਵਰਕ ਪਰਮਿਟ ਤੇ ਆ ਜੀ। ਤੇ ਇੰਡੀਆ 'ਚ ਇੰਟਰਸਟ ਕਿਵੇਂ ਬਣਿਆ ਇਸ ਪਾਸੇ ਬਾਡੀ ਬਿਲਡਿੰਗ ਦੇ ਬਾਰੇ? ਮੇਰੇ ਜੀ ਫਾਦਰ ਸਾਹਿਬ ਸਰਦਾਰ ਸੁਰਿੰਦਰ ਸਿੰਘ ਜੀ ਇੱਕ ਰਿਟਾਇਰਡ ਪ੍ਰਿੰਸੀਪਲ, ਉਹ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਸੀ ਤੇ ਆਪ ਉਹ ਬਾਕਸਿੰਗ ਦੇ ਚੈਂਪੀਅਨ ਰਹਿ ਚੁੱਕੇ ਹੋਏ ਆ। ਰਾਈਟ। ਉਹਨਾਂ ਨੇ ਬਾਕਸਿੰਗ ਦੇ ਵਿੱਚ ਬਹੁਤ ਸਾਰੇ ਮੁੰਡਿਆਂ ਨੂੰ ਟ੍ਰੇਨਿੰਗ ਦਿੱਤੀ, ਜਿਹਦੇ ਵਿੱਚ ਉਹ ਬੜੇ ਅਫਸਰ ਬਣ ਗਏ ਜਿੱਤ ਕੇ। ਉਹਨਾਂ ਨੂੰ ਦੇਖਦੇ ਸੀ ਜਦੋਂ ਮੈਂ ਛੋਟਾ ਹੁੰਦਾ ਸੀ ਕਿ ਜਦੋਂ ਵੀ ਕਿਤੇ ਸਕੂਲ ਦੇ ਵਿੱਚ ਜਾਣਾ, ਉੱਥੇ ਉਹਨਾਂ ਨੇ ਟੀਚਰਸ ਨੇ ਮੈਨੂੰ ਰਿਸਪੈਕਟ ਦੇਣੀ ਕਿ ਮੇਰੇ ਫਾਦਰ ਸਾਹਿਬ ਦਾ ਇੰਨਾ ਨਾਮ ਆ, ਉਹਨਾਂ ਦਾ ਮੁੰਡਾ ਆ। ਬੜੀ ਖੁਸ਼ੀ ਹੁੰਦੀ ਸੀ ਆਪਣੇ ਪਾਪਾ ਦਾ ਜਦੋਂ ਨਾਮ ਦੱਸੀਦਾ ਸੀ। ਫਿਰ ਸੋਚੀਦਾ ਸੀ ਇੱਕ ਦਿਨ ਇੱਦਾਂ ਦਾ ਬਣ ਕੇ ਦਿਖਾਉਣਾ ਕਿ ਮੇਰੇ ਨਾਮ ਤੋਂ ਮੇਰੇ ਪਾਪਾ ਜੀ ਨੂੰ ਜਾਣਿਆ ਜਾਵੇ। ਵਾਹ। ਫਿਰ ਜਦੋਂ ਮੈਂ ਕੰਪੀਟੀਸ਼ਨ ਜਿੱਤੇ, ਹੁਣ ਅੱਜ ਦੇ ਟਾਈਮ 'ਚ ਪੂਰੇ ਹੁਸ਼ਿਆਰਪੁਰ ਦੇ ਵਿੱਚ, ਪੰਜਾਬ ਦੇ ਵਿੱਚ ਜਿੰਨੇ ਵੀ ਲੋਕ ਜਾਣਦੇ ਆ, ਉਹ ਮੇਰੇ ਨਾਮ ਤੋਂ ਮੇਰੇ ਪਾਪਾ ਜੀ ਨੂੰ ਜਾਣਦੇ ਆ। ਬਹੁਤ ਖੂਬ। ਅਤੇ ਇੱਥੇ ਆ ਕੇ ਵੀ ਤੁਸੀਂ ਆਪਣਾ ਹੀ ਪੇਸ਼ਾ ਜਿਹੜਾ ਉਹ ਚੁਣਿਆ, ਸਟੂਡੈਂਟ ਵਜੋਂ ਆਏ, ਪਰ ਹੁਣ ਇਸੀ ਪੇਸ਼ੇ ਵਿੱਚ ਤੁਸੀਂ ਚਲੇ ਗਏ ਹੋ। ਹਾਂਜੀ। ਇੱਥੇ ਤੁਸੀਂ ਕਿੱਥੇ ਟ੍ਰੇਨਿੰਗ ਦਿੰਦੇ ਹੈਗੇ ਹੋ, ਕਿੱਥੇ ਸਿਖਾਉਂਦੇ ਹੋ? ਹਾਂਜੀ, ਜਦੋਂ ਮੈਂ ਯੂਨੀਵਰਸਿਟੀ ਤੋਂ ਇੰਡੀਆ ਤੋਂ ਆਇਆ ਸੀਗਾ ਤੇ ਫਿਰ ਪਰਸਨਲ ਟ੍ਰੇਨਿੰਗ ਸੋਚਿਆ ਤਾਂ ਸੀਗਾ ਇਹੀ ਕਰਨੀ ਆ। ਤੇ ਫਿਰ ਮੈਂ ਜਿਹੜਾ ਇੱਥੇ ਦਾ ਜਿਮ ਬਹੁਤ ਚੰਗਾ ਸਰੀ ਦਾ ਪਲੈਟੀਨਮ ਜਿਮ, ਉਹਦੇ ਵਿੱਚ ਮੈਂ ਪਰਸਨਲ ਟ੍ਰੇਨਿੰਗ ਪ੍ਰੋਵਾਈਡ ਕਰਦਾ, ਤੇ ਉਹਦਾ ਵੀ ਮੇਰਾ ਮੇਨ ਕੰਮ ਹੈ ਔਨਲਾਈਨ। ਸੋ ਮੈਂ ਪੂਰੇ ਵਰਲਡ ਵਾਈਡ ਔਨਲਾਈਨ ਕੋਚਿੰਗ ਪ੍ਰੋਵਾਈਡ ਕਰਦਾ, ਜਿੱਦਾਂ ਕਿ ਟੋਰਾਂਟੋ, ਕੈਲਗਰੀ, ਅਮੈਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਸਾਰੇ ਪਾਸੇ ਮੇਰੇ ਕਲਾਇੰਟਸ ਆ। ਉਹਨਾਂ ਨੂੰ ਮੈਂ ਡਾਈਟ ਪਲਾਨ, ਵਰਕਆਊਟ ਸਾਰੇ ਮੈਂ ਉਹਨਾਂ ਨੂੰ ਸੈਂਡ ਕਰਦਾ ਜੀ। ਵੈਰੀ ਨਾਈਸ। ਜਦੋਂ ਅਸੀਂ ਪਰਸਨਲ ਟ੍ਰੇਨਿੰਗ ਦੀ ਗੱਲ ਕਰਦੇ ਹਾਂ ਤਾਂ ਆਮ ਤੌਰ 'ਤੇ ਇਹੀ ਸੋਚਿਆ ਜਾਂਦਾ ਹੈ ਕਿ ਜੀ ਜਿਮ ਜਾ ਕੇ ਡੋਲੇ ਸ਼ੋਲੇ ਬਣਾਉਣੇ ਹੈਗੇ ਨੇ, ਉਸੀ ਵਾਸਤੇ ਜਾਣਾ ਹੈ। ਕੀ ਇਹ ਇੱਕ ਮਿਸਕਨਸੈਪਸ਼ਨ ਹੈਗਾ ਜਾਂ ਹਕੀਕਤ ਹੈਗੀ ਕਿ ਤੁਸੀਂ ਸਿਰਫ ਜਿਮ ਸਿਰਫ ਆਪਣੇ ਵੇਟ ਐਕਸਰਸਾਈਜ਼ ਵਾਸਤੇ ਹੀ ਜਾਂਦੇ ਹੈਗੇ ਹੋ? ਨਹੀਂ, ਇਹ ਜ਼ਿਆਦਾਤਰ ਇਹ ਰੋਂਗ ਮੈਂਟੈਲਿਟੀ ਆ ਕਿ ਸਿਰਫ ਜਿਮ ਜਾ ਕੇ ਆਪਣਾ ਸਿਰਫ ਬੋਡੀ ਫਿਜ਼ੀਕਲ ਅਪੀਅਰੈਂਸ ਇੰਪਰੂਵ ਹੁੰਦੀ ਆ, ਉਹਦੇ ਨਾਲ ਸਾਡੀ ਹੈਲਥ ਵੀ ਇੰਪਰੂਵ ਹੁੰਦੀ ਆ। ਹੈ ਨਾ ਜੀ। ਛੋਟਾ ਇੱਕ ਬੱਚਾ ਆ, ਉਹਦੀ ਹਾਈਟ ਵੱਧ ਸਕਦੀ ਆ ਅਗਰ ਉਹ ਪ੍ਰੋਪਰ ਐਕਸਰਸਾਈਜ਼ ਕਰੇ ਜਿਮ ਜਾ ਕੇ। ਈਵਨ ਜਿਮ ਨਹੀਂ ਤਾਂ ਗਰਾਊਂਡ ਵਰਕ ਕਰੇ, ਸਭ ਤੋਂ ਜ਼ਿਆਦਾ ਬੈਟਰ ਆ। ਫਿਰ ਇੱਕ ਜਿਹੜਾ ਆਪਣੇ ਬੰਦਾ ਜੋਬ ਤੋਂ ਆਉਂਦਾ ਆ, ਉਹ ਉੱਥੇ ਜਾ ਕੇ ਅਗਰ ਆਪਣਾ 1 ਘੰਟਾ ਸਪੈਂਡ ਕਰਦਾ ਤੇ ਉਹਨਾਂ ਦੀ ਜਿਹੜੀ ਸਟਰੈਸ ਆ ਫਿਜ਼ੀਕਲ, ਜਿਹੜੀ ਉਹਨਾਂ ਦੀ ਥਕਾਵਟ, ਉਹ ਦੂਰ ਹੁੰਦੀ। ਲੋਕੀ ਸੋਚਦੇ ਕਿ ਸ਼ਾਇਦ ਉੱਥੇ ਜਿਮ ਜਾ ਕੇ ਥਕਾਵਟ ਹੋਊਗੀ, ਬਟ ਉਹ ਥੋੜ੍ਹੇ ਦਿਨ ਹੁੰਦੀ ਆ। ਉਸ ਤੋਂ ਬਾਅਦ ਇੱਕ ਇੱਦਾਂ ਦੀ ਕੰਡੀਸ਼ਨ ਆਉਂਦੀ ਆ ਜਦੋਂ ਤੁਹਾਡੀ ਥਕਾਵਟ ਦੂਰ ਹੋਣ ਲੱਗ ਪੈਂਦੀ। ਇੱਦਾਂ ਹੀ ਓਲਡ ਏਜ ਬੰਦੇ ਆ, ਉਹ ਅਗਰ ਆ ਕੇ ਆਪਣੀ ਸਟਰੈਚਿੰਗ ਕਰਨ, ਯੋਗਾ ਐਕਸਰਸਾਈਜ਼ ਕਰਨ, ਉਹਨਾਂ ਨਾਲ ਉਹ ਬਹੁਤ ਫਿੱਟ ਰਹਿ ਸਕਦੇ ਆ। ਸੋ ਹਰਸਿਮਰਨ ਜੀ, ਸਮਾਂ ਨਹੀਂ ਹੈਗਾ ਇੱਥੇ ਲੋਕਾਂ ਕੋਲ, ਇਹ ਸਭ ਤੋਂ ਵੱਡੀ ਸਮੱਸਿਆ ਹੈਗੀ। ਹੁਣ ਤਾਂ ਇੰਡੀਆ 'ਚ ਵੀ ਇਹੀ ਗੱਲ ਆ ਗਈ, ਹਰ ਇੱਕ ਕੋਈ ਇੰਨਾ ਬਿਜ਼ੀ ਹੋਇਆ ਪਿਆ ਕਿ ਆਪਣੇ ਵਾਸਤੇ ਅਸੀਂ ਸਮਾਂ ਨਹੀਂ ਕੱਢਦੇ। ਹਾਂਜੀ। ਇੱਥੇ ਤੁਸੀਂ ਕੀ ਦੇਖ ਰਹੇ ਹੋ, ਕਿਉਂਕਿ ਤੁਸੀਂ ਜਿਮ ਦੇ ਵਿੱਚ ਜਿਹੜੀ ਟ੍ਰੇਨਿੰਗ ਦਿੰਦੇ ਹੈਗੇ ਹੋ, ਅਤੇ ਤੁਸੀਂ ਸਮਾਜ ਵਿੱਚ ਵੀ ਦੇਖ ਰਹੇ ਹੋ ਜੋ ਅਸੀਂ ਸੁਣਦੇ ਹਾਂ ਖਬਰਾਂ ਜਦੋਂ ਆਉਂਦੀਆਂ ਨੇ ਕਿ ਜੀ ਸਾਊਥ ਏਸ਼ੀਅਨ ਭਾਈਚਾਰੇ ਵਿੱਚ, ਪੰਜਾਬੀ ਭਾਈਚਾਰੇ ਵਿੱਚ ਸਭ ਤੋਂ ਜ਼ਿਆਦਾ ਡਿਪਰੈਸ਼ਨ ਹੈ, ਐਂਗਜ਼ਾਇਟੀ ਹੈ, ਕੋਲੈਸਟਰੋਲ ਦੀ ਪ੍ਰੋਬਲਮਸ ਨੇ, ਸ਼ੂਗਰ ਦੀ ਪ੍ਰੋਬਲਮ ਹੈ, ਓਬਿਸਿਟੀ ਹੈਗੀ ਹੈ। ਹਾਂਜੀ। ਅਤੇ ਇਹਦੇ ਕੀ ਤੁਸੀਂ ਕਾਰਨ ਦੇਖ ਰਹੇ ਹੋ, ਅਤੇ ਕੀ ਇਹ ਅਗੇਨ ਇਹ ਵੀ ਇੱਕ ਸੱਚਾਈ ਹੈ ਜਿਹੜੀ ਤੁਸੀਂ ਆਪਣੇ
ਕਲਾਇੰਟਸ ਨਾਲ ਦੇਖਦੇ ਹੋ ਜਾਂ ਇਹ ਵੀ ਜ਼ਿਆਦਾ ਵਧਾ ਚੜਾ ਕੇ ਗੱਲ ਹੁੰਦੀ? ਹਾਂਜੀ 100% ਜੀ। ਅੱਜ ਦੇ ਟਾਈਮ ਦੇ ਵਿੱਚ ਸਾਰੀਆਂ ਪ੍ਰੋਬਲਮਸ ਨਾਲ ਘਿਰੇ ਹੋਏ ਹਾਂ ਅਸੀਂ। ਕੋਈ ਸਟ੍ਰੈਸ ਨੂੰ ਡੀਲ ਕਰਦਾ ਪਿਆ, ਡਿਪਰੈਸ਼ਨ ਦੇ ਨਾਲ। ਹਰ ਦੂਜੇ ਤੀਜੇ ਦਿਨ ਮੈਨੂੰ ਬੰਦੇ ਮਿਲਦੇ ਕਿ ਬਾਈ ਜੀ ਇੰਨੀ ਕਿ ਐਂਜ਼ਾਈਟੀ ਹੋ ਜਾਂਦੀ ਹੈ, ਸਿਰ ਦੁਖਣ ਲੱਗ ਪੈਂਦਾ, ਚੱਕਰ ਆਉਣ ਲੱਗ ਪੈਂਦੇ ਆ। ਫਿਰ ਡਾਇਬਟੀਜ਼ ਬਹੁਤ ਜ਼ਿਆਦਾ ਕਾਮਨ ਹੋਈ ਪਈ, ਕੋਲੈਸਟਰੋਲ, ਲੋਅਰ ਬੈਕ ਪੇਨ, ਸਾਰਾ ਕੁਝ ਹੋ ਰਿਹਾ ਆ। ਅਤੇ ਇਹ ਜ਼ਿਆਦਾਤਰ ਜੇ ਤੁਸੀਂ ਜੇ ਕਹੀਏ ਇੱਕ ਟਾਈਮ ਦੀ ਕਮੀ ਦੀ ਕਰਕੇ ਨਹੀਂ, ਇਹ ਸਾਡਾ ਲਾਈਫ ਸਟਾਈਲ, ਸਾਨੂੰ ਹੈਲਦੀ ਆਪਣਾ ਲਾਈਫ ਸਟਾਈਲ ਬਣਾਉਣਾ ਪੈਣਾ, ਹੈਲਦੀ ਰਹਿਣਾ। ਸਵੇਰੇ ਤੋਂ ਲੈ ਕੇ ਸ਼ਾਮ ਤੱਕ ਸਾਨੂੰ ਐਟਲੀਸਟ ਫੂਡ ਸਹੀ ਖਾਵੇ, ਅਸੀਂ ਹੈਲਦੀ ਰਹਿ ਸਕਦੇ ਹਾਂ। ਔਰ ਜੇ ਐਕਸਰਸਾਈਜ਼ ਦੀ ਗੱਲ ਆ, 10 ਮਿੰਟ ਵੀ ਐਕਸਰਸਾਈਜ਼ ਕਰ ਲਈ ਉਹ ਵੀ ਸਫੀਸ਼ੀਐਂਟ ਆ ਇੱਕ ਬੰਦੇ ਦੇ ਲਈ। ਬਸ ਪਤਾ ਹੋਣਾ ਚਾਹੀਦਾ ਕੀ ਕਰਨਾ ਆ। ਸਵੇਰੇ ਉੱਠ ਕੇ ਅਗਰ ਤੁਸੀਂ ਮਾਰਨਿੰਗ ਵਾਕ ਵੀ ਕਰਦੇ ਆ, ਤੁਸੀਂ ਹੈਲਦੀਐਸਟ ਪਰਸਨ ਬਣ ਸਕਦੇ ਆ। ਈਵਨਿੰਗ ਤੁਸੀਂ ਫੂਡ ਖਾ ਕੇ ਹਲਕੀ ਜਿਹੀ ਟਹਿਲ ਪਹਿਲ ਕਰ ਲਏ, ਉਹਦੇ ਨਾਲ ਵੀ ਤੁਸੀਂ ਹੈਲਦੀ ਹੋ ਸਕਦੇ। ਸੋ ਜ਼ਰੂਰੀ ਨਹੀਂ ਕਿ ਤੁਸੀਂ 1 ਘੰਟਾ ਹੀ ਕੱਢਣਾ, 2 ਘੰਟੇ ਕਰਨੇ ਆ, 20 ਮਿੰਟ ਦੇ ਵਿੱਚ ਵੀ ਤੁਸੀਂ ਬਹੁਤ ਹੈਲਦੀ ਰਹਿ ਸਕਦੇ ਆ। ਸੋ ਅੱਜ ਕਿਉਂਕਿ ਕ੍ਰਾਈਸਿਸ ਤਾਂ ਬਹੁਤ ਸਾਰੇ ਨੇ, ਪਰ ਅੱਜ ਅਸੀਂ ਲੈਟਸ ਫੋਕਸ ਕਿ ਓਬੀਸਿਟੀ ਦੇ ਉੱਤੇ, ਮੋਟਾਪੇਪਨ 'ਤੇ ਗੱਲਬਾਤ ਕਰਦੇ ਹਾਂ। ਇਹ ਦੁਨੀਆ ਭਰ ਦੇ ਵਿੱਚ ਹਰ ਇੱਕ ਕਮਿਊਨਿਟੀ ਦੇ ਵਿੱਚ ਇਹ ਚੈਲੰਜ ਹੋ ਰਿਹਾ ਹੁਣ ਕਿ ਜੋ ਕੁਝ ਅਸੀਂ ਖਾ ਰਹੇ ਹਾਂ ਉਹ ਸ਼ਾਇਦ ਸਾਨੂੰ ਪਚ ਨਹੀਂ ਰਿਹਾ, ਜਾਂ ਸਾਡੇ ਉੱਤੇ ਸਿਰਫ ਚਰਬੀ ਚੜਾਈ ਜਾ ਰਿਹਾ ਹੈ। ਹਾਂਜੀ। ਪੌਸ਼ਟਿਕਤਾ ਸ਼ਾਇਦ ਘਟਦੀ ਜਾ ਰਹੀ ਹੈ, ਪਰ ਉਸ ਦਾ ਜਿਹੜਾ ਅਸਰ ਹੋਣਾ ਚਾਹੀਦਾ ਉਹ ਸਾਨੂੰ ਨਜ਼ਰ ਨਹੀਂ ਆ ਰਿਹਾ, ਜਿਸ ਕਰਕੇ ਅੱਜ ਮੋਟਾਪਾਪਨ ਇੱਕ ਸਭ ਤੋਂ ਵੱਡਾ ਐਪੀਡੈਮਿਕ ਜਿਹੜਾ ਉਹ ਬਣਿਆ ਹੈ। ਇਹਦੇ ਮੁਤਲਕ ਦੱਸੋ ਕਿ ਇਹਦੇ ਨਾਲ ਨਜਿੱਠਣ ਵਾਸਤੇ ਕੀ ਕੁਝ ਤੁਸੀਂ ਰਿਕਮੈਂਡ ਕਰਦੇ ਹੋ? ਹਰਪ੍ਰੀਤ ਜੀ, ਡਾਈਟ ਤਾਂ ਇੱਦਾਂ ਕਿ ਅੱਜ ਜੋ ਅਸੀਂ ਖਾ ਰਹੇ ਸਾਨੂੰ ਪਤਾ ਹੀ ਨਹੀਂ ਹੈ ਕਿ ਉਹ ਹੈਲਦੀ ਹੈ ਕਿ ਨਹੀਂ ਹੈਲਦੀ। ਅਸੀਂ ਆਪਣੇ ਵੱਲੋਂ ਖਾਣਾ ਚਾਹੁੰਦੇ ਕਿ ਲੈ ਵੀ ਅਸੀਂ ਫੂਡ ਖਾਦਾ, ਬੋਇਲ ਫੂਡ ਖਾਦਾ, ਅਸੀਂ ਚਿਕਨ ਖਾਦਾ, ਅਸੀਂ ਫਿਸ਼ ਖਾਦੀ ਹੈ, ਬਹੁਤ ਜ਼ਿਆਦਾ ਹੈਲਦੀ ਆ। ਪਰ ਕੀ ਅਸ ਰੀਅਲੀ ਹੈਲਦੀ ਆ? ਇਹ ਸਾਨੂੰ ਪਤਾ। ਹੈਲਦੀ ਫੂਡ ਉਹ ਹੋਣਾ ਤੁਹਾਨੂੰ ਜਦੋਂ ਤੁਸੀਂ ਖਾਣਾ, ਤੁਹਾਨੂੰ ਉਦੋਂ ਹੀ ਪਤਾ ਲੱਗ ਜਾਣਾ ਹਾਂ ਵੀ ਕੁਝ ਮੇਰੇ ਅੰਦਰ ਗਿਆ ਔਰ ਚੰਗਾ ਸਿਸਟਮ ਦੇ ਵਿੱਚ ਗਿਆ। ਉਹਦੇ ਵਿੱਚ ਫਰੂਟਸ ਹੈਗੇ, ਵੈਜੀਟੇਬਲਸ ਹੋ ਗਏ। ਅਸੀਂ ਕੀ ਕਰੀਦਾ, ਅਸੀਂ ਐਕਸੈਸ ਅਮਾਊਂਟ ਦਾ ਪ੍ਰੋਟੀਨ ਖਾ ਲਈਦਾ, ਜਿਹਦੇ ਕਰਕੇ ਕਹਿੰਦੇ ਕਿ ਅਸੀਂ ਫੈਟ ਬਰਨ ਕਰ ਲਾਂਗੇ, ਅਸੀਂ ਮਸਲ ਬਿਲਡ ਕਰ ਲਾਂਗੇ। ਐਕਸੈਸ ਅਮਾਊਂਟ ਦੇ ਨਾਲ ਪ੍ਰੋਬਲਮਸ ਹੀ ਕ੍ਰੀਏਟ ਹੁੰਦੀਆਂ ਆ। ਕੋਈ ਇਹ ਨਹੀਂ ਕਹਿ ਸਕਦੇ ਤੁਸੀਂ ਆਪਣੀ ਬੋਡੀ ਟਰਾਂਸਫਾਰਮ ਕਰੋਗੇ। ਜੀ, ਬੈਲੈਂਸ ਡਾਈਟ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ। ਉਹਦੇ ਵਿੱਚ ਤੁਸੀਂ ਨਿਊਟ੍ਰੀਐਂਟਸ, ਜਿਹੜੇ ਨੇਚਰ ਦੇ ਬਣੇ ਹੋਏ ਨਿਊਟ੍ਰੀਐਂਟਸ ਆ, ਉਹ ਖਾਣੇ ਚਾਹੀਦੇ ਸਾਨੂੰ ਸਾਰਿਆਂ ਨੂੰ। ਹੁਣ ਅਗੇਨ ਥੋੜ੍ਹਾ ਜਿਹਾ ਸਾਨੂੰ ਇਸ ਸਫ਼ਰ ਵਿੱਚ ਲੈ ਕੇ ਚਲੋ, ਖਾਣ ਪੀਣ ਤੋਂ ਹੀ ਸ਼ੁਰੂਆਤ ਕਰਦੇ ਹਾਂ ਕਿ ਇੱਕ ਨੋਰਮਲ ਜੋ ਵਿਅਕਤੀ ਕੰਮ ਕਰ ਰਿਹਾ ਹੈ, ਦਫ਼ਤਰ ਜਾਂਦਾ ਹੈ ਜਾਂ ਕੋਈ ਬਿਜ਼ਨਸ ਕਰ ਰਿਹਾ ਹੈ, ਸਵੇਰੇ ਉੱਠਦਾ ਹੈ, ਫਟਾਫਟ ਭੱਜ ਕੇ ਅਸੀਂ ਬ੍ਰੇਕਫਾਸਟ ਕਰਦੇ ਹਾਂ ਅਤੇ ਕੰਮ 'ਤੇ ਚਲੇ ਜਾਂਦੇ, ਉਸ ਤੋਂ ਬਾਅਦ ਲੰਚ ਕੀਤਾ, ਘਰ ਆ ਗਏ, ਚਾਹ ਪੀਤੀ, ਉਸ ਤੋਂ ਬਾਅਦ ਅਸੀਂ TV ਦੇ ਅੱਗੇ ਬਹਿ ਗਏ ਅਤੇ ਫਿਰ ਖਾਣਾ ਪੀਣਾ ਸ਼ੁਰੂ ਕਰਤਾ। ਵੱਧ ਤੋਂ ਵੱਧ ਚਲੋ ਜੇ ਕਦੀ ਕਦਾਈ ਸੈਰ ਚਲੇ ਗਏ। ਇਹ ਸਾਡਾ ਇੱਕ ਨੋਰਮਲ ਰੂਟੀਨ ਹੈਗਾ। ਸੋ ਖਾਣ ਪੀਣ ਦੇ ਸੰਬੰਧ ਵਿੱਚ ਲੈਟਸ ਸਟਾਰਟ ਫਰੋਮ ਦ ਬਿਗਨਿੰਗ। ਕਈ ਇਹ ਕਹਿੰਦੇ ਨੇ ਜੀ ਅੱਜ ਕੱਲ੍ਹ ਬਹੁਤ ਸਾਰੇ ਕਿਸਮ ਦੀਆਂ ਡਾਈਟਸ ਚੱਲ ਰਹੀਆਂ ਹੈਗੀਆਂ ਨੇ। ਕਈ ਵਾਰੀ ਤਾਂ ਉਹ ਲੋਕੀ ਉਹਨਾਂ 'ਚ ਹੀ ਫਸ ਕੇ ਰਹਿ ਜਾਂਦੇ ਨੇ। ਕੁਛ ਦੇਰ ਲਈ ਤਾਂ ਅਸਰ ਨਜ਼ਰ ਆ ਜਾਂਦਾ, ਲੇਕਿਨ ਜ਼ਿਆਦਾਤਰ ਇਹੀ ਹੁੰਦਾ ਕਿ 2-3 ਸਾਲਾਂ ਬਾਅਦ ਦੇਖੋ, ਜਾਂ ਈਵਨ 6-7 ਮਹੀਨਿਆਂ ਬਾਅਦ ਦੇਖੋ, ਤਾਂ ਉਹ ਸੇਮ ਰਿਵਰਸਲ ਹੀ ਹੋਇਆ ਹੁੰਦਾ। ਸੋ ਉੱਥੇ ਸਾਨੂੰ ਅੱਜ ਲੈ ਕੇ ਚੱਲੋ ਕਿ ਕਿਸ ਤਰ੍ਹਾਂ ਦੀ ਡਾਈਟ ਜਿਹੜੀ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਈਏ, ਜਿਹਦੇ ਨਾਲ ਕਿ ਅਸੀਂ ਆਪਣੇ ਆਪ ਨੂੰ ਮੇਨਟੇਨ ਕਰ ਸਕੀਏ। ਹਾਂਜੀ ਹਰਪ੍ਰੀਤ ਜੀ, ਇਹ ਕੁਐਸਚਨ ਮੈਨੂੰ ਬੜਾ ਚੰਗਾ ਲੱਗਾ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਅਸੀਂ ਪੂਰੇ ਵਰਲਡ ਦੇ ਵਿੱਚ, ਠੀਕ ਆ ਲੋਕਾਂ ਕੋਲ ਪੈਸਾ ਵੀ ਹੋ ਗਿਆ, ਟ੍ਰੇਨਰ ਹਾਇਰ ਕਰ ਲੈਂਦੇ ਆ। ਕੋਈ ਟ੍ਰੇਨਰ ਕਹਿ ਰਿਹਾ ਕੀਟੋ ਡਾਈਟ ਖਾਓ, ਕੋਈ ਕਹਿ ਰਿਹਾ ਇੰਟਰਮੀਡੀਏਟ ਫਾਸਟਿੰਗ ਕਰੋ, ਕੋਈ ਕਹਿ ਰਿਹਾ ਐਟਕਿਨ ਡਾਈਟ ਕਰੋ। ਅਲੱਗ-ਅਲੱਗ ਡਾਈਟਸ ਹੈਗੀਆਂ ਸਾਡੇ ਵੈਸਟਰਨ ਡਾਈਟ, ਹੈ ਨਾ। ਅਤੇ ਠੀਕ ਆ, ਕਿਤੇ ਨਾ ਕਿਤੇ ਜ਼ਿਆਦਾ ਇਹ ਇੰਪੈਕਟ ਵੀ ਪਾਉਂਦੀਆਂ ਪੋਜ਼ੀਟਿਵ। ਬੰਦੇ ਨੂੰ ਇੱਕ ਟਾਰਗੇਟ ਮਿਲ ਜਾਂਦਾ ਕਿ ਜੇ ਮੈਂ ਕੀਟੋ ਡਾਈਟ ਖਾ ਰਹੀ ਹਾਂ, ਮੈਂ ਇਸ ਤਰੀਕੇ ਦਾ ਫੂਡ ਖਾਣਾ ਆ। ਉਹਦੇ ਵਿੱਚ ਕੀ ਹੁੰਦਾ, ਅਸੀਂ ਹਾਈ ਪ੍ਰੋਟੀਨ, ਗੁੱਡ ਫੈਟ ਖਾਣੀ ਅਤੇ ਕਾਰਬਸ ਨੂੰ ਲੋ ਕਰ ਦੇਣਾ, ਉਹ ਕੀਟੋ ਡਾਈਟ ਹੁੰਦੀ ਆ। ਠੀਕ ਹੈ ਜੀ, ਇੱਦਾਂ ਅਲੱਗ-ਅਲੱਗ ਤਰੀਕੇ ਦੀਆਂ ਡਾਈਟਸ ਹੁੰਦੀਆਂ ਆ। ਪਰ ਜੇ ਇੱਕ ਆਮ ਬੰਦਾ ਉਹ ਅਫੋਰਡ ਹੀ ਨਹੀਂ ਕਰ ਸਕਦਾ ਕੋਈ ਟ੍ਰੇਨਰ ਹਾਇਰ ਕਰਨਾ, ਔਰ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਕੀਟੋ ਡਾਈਟ ਕਿੱਦਾਂ ਖਾਣੀ, ਆਪਾਂ ਬਾਕੀ ਡਾਈਟਸ ਕਿੱਦਾਂ ਖਾਣੀਆਂ, ਇੰਟਰਮੀਡੀਏਟ ਫਾਸਟਿੰਗ ਕਿੱਦਾਂ ਕਰਨੀ, ਫਿਰ ਇਹਦਾ ਮਤਲਬ ਫਿੱਟ ਨਹੀਂ ਰਹਿ ਸਕਦੇ। ਇਹ ਬਿਲਕੁਲ ਰੋਂਗ ਆ। ਇੱਕ ਆਮ ਬੰਦੇ ਨੂੰ ਚਾਹੀਦਾ ਕਿ ਉਹ ਫੂਡ ਖਾਧਾ ਜਾਵੇ ਜੋ ਫੂਡ ਸਾਨੂੰ ਕੋਈ ਪਰਮਾਤਮਾ ਨੇ ਦਿੱਤਾ ਹੋਇਆ। ਉਸ ਦੇ ਵਿੱਚ ਕੀ ਆਉਂਦਾ, ਸਵੇਰ ਨੂੰ ਉੱਠ ਕੇ ਤੁਸੀਂ ਫਰੂਟਸ ਖਾਓ, ਸਭ ਤੋਂ ਵਧੀਆ ਬ੍ਰੇਕਫਾਸਟ। ਜਿਹੜਾ ਲੋਕੀ ਕਹਿੰਦੇ ਕਿ ਫਾਸਟ ਫੂਡ ਖਾਈਦਾ, ਅਸੀਂ ਪੀਜ਼ਾ ਖਾ ਲਿਆ, ਬਰਗਰ ਖਾ ਲਿਆ, ਨਿਊਡਲਸ ਖਾ ਲਏ, ਉਹ ਫਾਸਟ ਫੂਡ ਨਹੀਂ। ਫਾਸਟ ਫੂਡ ਹੁੰਦਾ ਜਿਹੜਾ ਕੁਇਕਲੀ ਬਣ ਜਾਂਦਾ। ਕੀ ਆ, ਫਰੂਟਸ ਆ, ਖਾਧਾ, ਡਾਈਜੈਸਟ ਹੋ ਗਿਆ। ਰੋਂਗ ਨੰਬਰ ਨੇਮ ਦੇ ਦਿੱਤਾ ਅਸੀਂ ਫਾਸਟ ਫੂਡ ਨੂੰ। ਇੱਦਾਂ ਹੀ ਆ। ਫਿਰ ਅਸੀਂ ਜਿਹੜੀਆਂ ਦਾਲਾਂ ਆ, ਸਿੰਪਲ ਦਾਲ ਘਰ ਦੀ, ਇੰਨਾ ਹਾਈ ਪ੍ਰੋਟੀਨ ਡਾਈਟ ਹੁੰਦੀ ਉਹ। ਸਿੰਪਲ ਦਾਲ ਖਾਵੇ, ਨਾਲ ਇੱਕ ਚਪਾਤੀ ਖਾ ਲਵੇ। ਐਕਸੈਸ ਅਮਾਊਂਟ ਦੀ ਜਦੋਂ ਚੀਜ਼ ਕੋਈ ਵੀ ਖਾਵਾਂਗੇ, ਉਹ ਸਾਡੇ ਬੈਡ ਆ ਹੈਲਥ ਲਈ। ਜੇ ਅਸੀਂ ਰੋਟੀ ਵੀ ਕਹੀਏ ਨਾ, ਰੋਟੀ ਵੀ ਅਗਰ ਜੇ ਲਿਮਿਟ 'ਚ ਖਾਵਾਂਗੇ, ਉਹ ਹੈਲਦੀ ਆ, ਉਹ ਵਰਦਾਨ ਆ। ਅਸੀਂ ਆਪਣਾ ਜਿਹੜਾ ਕਲਚਰ ਨਹੀਂ ਛੱਡ ਸਕਦੇ, ਇਹ ਸਾਨੂੰ ਮੰਨਣਾ ਪੈਣਾ। ਸਾਡੇ ਪੂਰਵਜ ਸਿੰਪਲ ਦਾਲ ਰੋਟੀ ਖਾ ਕੇ ਹੀ ਫਿੱਟ ਰਹਿੰਦੇ ਸੀਗੇ, ਔਰ ਅੱਜ ਅਸੀਂ ਕਹਿ ਰਹੇ ਕਿ ਰੋਟੀ ਬਿਲਕੁਲ ਮਾੜੀ ਆ ਸਿਹਤ ਦੇ ਲਈ। ਔਰ ਖਾਓ, ਪਰ ਘੱਟ ਅਮਾਊਂਟ ਦੇ ਵਿੱਚ ਖਾਓ। ਮੈਂ ਸਰਦਾਰ ਮਿਲਖਾ ਸਿੰਘ ਜੀ ਦਾ ਬਹੁਤ ਵੱਡਾ ਫੈਨ ਆ। ਉਹਨਾਂ ਨੂੰ ਮੈਂ ਫੋਲੋ ਕੀਤਾ ਨਾ ਕਿ ਕਿੱਦਾਂ ਉਹਨਾਂ ਨੇ ਵਰਲਡ ਰਿਕਾਰਡ ਬਣਾਏ ਆ, ਕਿੱਦਾਂ ਉਹਨਾਂ ਨੇ ਆਪਣੇ ਸਟਰਗਲ ਕੀਤਾ ਲਾਈਫ 'ਚ। ਪਰ ਜਦੋਂ ਉਹਨਾਂ ਦੀ ਡਾਈਟ ਪੁੱਛੀ ਦੀ ਸੀ, ਉਹ ਕਹਿੰਦੇ ਜੇ ਮੈਨੂੰ 4 ਰੋਟੀਆਂ ਦੀ ਭੁੱਖ ਆ ਤੇ ਮੈਂ 2 ਖਾਂਦਾ ਸੀ, ਜੇ 2 ਦੀ ਭੁੱਖ ਆ ਮੈਂ 1 ਖਾਂਦਾ ਸੀਗਾ। ਇਹ ਕਹਿੰਦੇ ਸਿੰਪਲ ਆਪਣਾ ਡਾਈਟ ਦਾ ਫੰਡਾ, ਭੁੱਖਾ ਰੱਖੋ ਬੋਡੀ ਨੂੰ, ਆਪਣੇ ਆਪ ਤੁਸੀਂ ਹੈਲਦੀ ਰਹੋਗੇ। ਬਹੁਤ ਖੂਬ। ਸਮਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਵਾਪਸ ਆ ਕੇ ਡਿਸਕਸ਼ਨ ਹੋ ਕੇ ਕੰਟੀਨਿਊ ਰੱਖਦੇ ਹਾਂ ਅਤੇ ਹੋਰ ਕੀ ਕੁਝ ਇਨਕੋਰਪੋਰੇਟ ਕੀਤਾ ਜਾਏ, ਕਿਉਂਕਿ ਅਗੇਨ ਇਨ ਜਨਰਲ ਟਰਮਸ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਆਮ ਤੌਰ 'ਤੇ ਅਸੀਂ ਕਹਿੰਦੇ ਜੀ ਗ੍ਰੀਨ ਵੈਜੀਟੇਬਲਸ ਖਾਓ, ਦਾਲਾਂ ਖਾਓ,
ਪਰ ਅਗੇਨ ਕੁਕਿੰਗ ਦਾ ਵੀ ਜਿਹੜਾ ਪ੍ਰੋਸੀਜਰ ਹੈ ਸਾਡਾ, ਉਸ ਦੇ ਵਿੱਚ ਵੀ ਕਿਹਾ ਜਾਂਦਾ ਹੈ ਕਿ ਉਹਨੂੰ ਵੀ ਧਿਆਨ ਰੱਖਣਾ ਚਾਹੀਦਾ ਹੈਗਾ ਹੈ। ਅਤੇ ਨਾਲ ਦੁਪਹਿਰ ਦਾ ਖਾਣਾ ਅਤੇ ਜਾਂ ਰਾਤ ਦਾ ਖਾਣਾ, ਆਮ ਤੌਰ 'ਤੇ ਅਸੀਂ ਰਾਤ ਦਾ ਖਾਣਾ ਬੜਾ ਭਾਰਾ ਖਾਂਦੇ ਹਾਂ ਅਤੇ ਉਸ ਤੋਂ ਬਾਅਦ ਅਸੀਂ ਬਹਿ ਜਾਂਦੇ ਹਾਂ। ਤਾਂ ਕਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਬ੍ਰੇਕਫਾਸਟ ਨੂੰ ਆਪਣਾ ਕਿੰਗ ਬਣਾ ਲਓ, ਉਸ ਸਮੇਂ ਤੁਸੀਂ ਜਿਸ ਤਰ੍ਹਾਂ ਕਿ ਫਰੂਟਸ ਖਾਓ, ਹੋਰ ਤੁਸੀਂ ਚੀਜ਼ਾਂ ਖਾਓ ਜਿਹੜੀਆਂ ਕਿ ਨਿਊਟ੍ਰੀਸ਼ੀਅਸ ਹੈਗੀਆਂ ਨੇ, ਪਰ ਉਸ ਦੇ ਨਾਲ ਲੰਚ ਅਤੇ ਡਿਨਰ ਵਿੱਚ ਵੀ ਕੀ ਕੁਝ ਕੀਤਾ ਜਾਏ। ਹਰਸਿਮਰਨ ਸਿੰਘ ਜੀ ਸਾਡੇ ਅੱਜ ਮਹਿਮਾਨ ਨੇ ਅਤੇ ਗੱਲਬਾਤ ਚੱਲ ਰਹੀ ਹੈ। ਇੱਕ ਪਰਸਨਲ ਟ੍ਰੇਨਰ ਹੈਗੇ ਨੇ ਅਤੇ ਇਹਨਾਂ ਕੋਲੋਂ ਅਸੀਂ ਪੁੱਛ ਰਹੇ ਹਾਂ ਕਿ ਕਿਸ ਤਰੀਕੇ ਨਾਲ ਅਸੀਂ ਵੀ ਸਿਹਤਮੰਦ ਰਹਿ ਸਕਦੇ ਹਾਂ। ਸੋ ਇਸ ਪ੍ਰੋਗਰਾਮ ਦੇ ਵਿੱਚ ਜੇਕਰ ਤੁਸੀਂ ਵੀ ਸ਼ਾਮਲ ਹੋਣਾ ਚਾਹੋ ਤਾਂ 604 591 9311 ਦੇ ਉੱਤੇ ਲਾਈਨਾਂ ਖੋਲ੍ਹ ਰਹੇ ਹਾਂ। ਕੋਈ ਸਵਾਲ ਹੋਏ ਫਿਟਨੈਸ ਸੰਬੰਧੀ ਅਤੇ ਖਾਸ ਤੌਰ 'ਤੇ ਮੋਟਾਪੇਪਨ ਦੀ ਜਦ ਅਸੀਂ ਗੱਲ ਕਰਦੇ ਹਾਂ ਤਾਂ ਤੁਸੀਂ ਸ਼ਾਮਲ ਹੋ ਸਕਦੇ ਹੋ 604 591 9311। ਸੋ ਹਰਸਿਮਰਨ ਸਿੰਘ ਜੀ, ਬ੍ਰੇਕ ਤੋਂ ਪਹਿਲਾਂ ਜੋ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਖਾਣ ਪੀਣ ਦੇ ਮਤਲਬ ਤੁਸੀਂ ਬ੍ਰੇਕਫਾਸਟ ਦਾ ਜ਼ਿਕਰ ਕੀਤਾ ਹੈ, ਥੋੜ੍ਹਾ ਜਿਹਾ ਲੰਚ ਅਤੇ ਡਿਨਰ ਬਾਰੇ ਵੀ ਸਾਨੂੰ ਦੱਸੋ ਕਿ ਉਸ ਸਮੇਂ ਸਾਨੂੰ ਕੀ ਕੁਝ ਲੈਣ ਦੀ ਲੋੜ ਹੈਗੀ। ਹਾਂਜੀ ਹਰਪ੍ਰੀਤ ਜੀ, ਮੈਂ ਪਹਿਲਾਂ ਤਾਂ ਇੱਕ ਵਾਰ ਬ੍ਰੇਕਫਾਸਟ ਦੇ ਵਿੱਚ ਉਹਨਾਂ ਨੂੰ ਆਪਸ਼ਨਸ ਦੇ ਦੇਵਾਂ ਕਿ ਜਿਹਦੇ ਵਿੱਚ ਉਹ ਇੱਕ ਫੂਡ ਖਾ ਕੇ ਕਿਤੇ ਬੋਰ ਨਾ ਹੋ ਜਾਣ ਨਾ। ਬ੍ਰੇਕਫਾਸਟ ਦੇ ਵਿੱਚ ਸਭ ਤੋਂ ਪਹਿਲਾਂ ਫਰੂਟਸ ਖਾ ਲਏ, ਕੋਈ ਵੀ ਫਰੂਟਸ, ਜਿੱਦਾਂ ਕਿ ਤੁਸੀਂ ਬਨਾਨਾ ਖਾ ਲਿਆ, ਐਪਲ ਖਾ ਲਿਆ, ਸਟ੍ਰਾਬੇਰੀ, ਬਲੈਕਬੇਰੀ, ਬਲੂਬੇਰੀ, ਰਸਬੇਰੀ, ਪਾਈਨਐਪਲ, ਸਾਰੇ ਜਿਹੜੇ ਵੀ ਨੇਚਰ ਦੇ ਬਣੇ ਹੋਏ ਫਰੂਟਸ ਹੈਗੇ ਆ, ਉਹ ਸਾਰੇ ਇੱਕ ਬਾਉਲ ਭਰ ਕੇ ਖਾਓ। ਉਹਨਾਂ ਤੁਹਾਨੂੰ 4-5 ਘੰਟੇ ਤੁਸੀਂ ਅਗਰ ਹੈਲਦੀ ਰਹਿ ਸਕਦੇ ਖਾ ਕੇ ਜੀ। ਨਹੀਂ ਤਾਂ ਤੁਸੀਂ ਆਪਣੇ ਜਿਹੜੇ ਆ ਕਾਲੇ ਛੋਲੇ, ਉਹ ਰਾਤ ਨੂੰ ਭਿਗੋ ਦਿਓ, ਉਹਨਾਂ ਨੂੰ ਉਬਾਲ ਕੇ ਜਾਂ ਤਾਂ ਉਹਨਾਂ ਦਾ ਸੂਪ ਤੇ ਉਹ ਖਾਓ, ਜਾਂ ਫਿਰ ਕਾਲੇ ਛੋਲਿਆਂ ਦੇ ਵਿੱਚ ਤੁਸੀਂ ਖੀਰਾ ਪਾ ਲਓ, ਥੋੜ੍ਹਾ ਜਿਹਾ ਪਿਆਜ਼ ਟਮਾਟਰ ਪਾ ਕੇ, ਲੈਮਨ ਪਾ ਕੇ ਉਹਨੂੰ ਖਾਓ ਤੁਸੀਂ। ਉਹ ਵੀ ਬਹੁਤ ਪਾਵਰਫੁਲ ਫੂਡ ਆ। ਜਿਹੜੇ ਪਹਿਲਵਾਨਾਂ ਦੀ ਡਾਈਟ ਹੈ ਨਾ, ਜਿਹੜੇ ਕਹਿੰਦੇ ਕਾਲੇ ਛੋਲੇ ਖਾ ਕੇ ਹੀ ਉਹ ਮਿਹਨਤ ਕਰਦੇ ਹੁੰਦੇ ਸੀ, ਠੀਕ ਹੈ ਜੀ, ਅਤੇ ਇਹ ਹਰ ਇੱਕ ਬੰਦਾ ਅਫੋਰਡ ਵੀ ਕਰ ਸਕਦਾ। ਰਾਈਟ। ਫਿਰ ਤੁਸੀਂ ਅਗਰ 2-3 ਘੰਟੇ ਬਾਅਦ ਕੁਝ ਫੂਡ ਖਾਣਾ, ਸਨੈਕਸ ਭੁੱਖ ਲੱਗਦੀ, ਕੋਸ਼ਿਸ਼ ਕਰੋ ਗ੍ਰੀਨ ਟੀ ਪੀਣ ਦੀ। ਗ੍ਰੀਨ ਟੀ ਬੈਸਟ ਆ ਤੁਹਾਡੀ ਹੈਲਥ ਦੇ ਲਈ। ਜੇ ਨਹੀਂ ਵੀ ਗ੍ਰੀਨ ਟੀ ਪੀਣੀ, ਤੁਸੀਂ ਗਰਮ ਪਾਣੀ ਪੀ ਲਓ, ਉਹਨੇ ਤੁਹਾਡੇ ਮੋਟਾਪਾ ਬਹੁਤ ਜ਼ਿਆਦਾ ਘਟਾਉਣਾ ਆ। ਠੀਕ ਹੈ ਜੀ। ਲੰਚ ਆ ਜਾਂਦਾ ਆ। ਲੰਚ ਦੇ ਵਿੱਚ ਤੁਸੀਂ ਸਿੰਪਲ ਦਾਲ ਖਾਓ, ਦਾਲ ਦੇ ਨਾਲ 1 ਜਾਂ 2 ਚਪਾਤੀ ਖਾ ਰਹੇ ਆ। ਹੁਣ ਬਹੁਤ ਸਾਰੇ ਲੋਕ ਸੋਚਦੇ ਕਿ ਦਾਲਾਂ ਦੇ ਵਿੱਚ ਇਹ ਕੁਛ ਨਹੀਂ ਹੁੰਦਾ, ਇੱਕ ਪਾਸੇ ਚਿਕਨ ਆ, ਇੱਕ ਪਾਸੇ ਦਾਲ ਆ, ਉੱਥੇ ਕਿੱਥੋਂ ਅਮੀਨੋ ਐਸਿਡਸ ਮਿਲ ਜਾਣੇ, ਕਿੱਥੋਂ ਪ੍ਰੋਟੀਨ ਮਿਲ ਜਾਣਾ। ਇਹ ਗਲਤ ਆ। ਦੁਨੀਆ ਦੇ ਵਿੱਚ ਜਿਹੜੇ ਪਰਮਾਤਮਾ ਨੇ ਸਾਨੂੰ ਜੋ ਵੀ ਫੂਡ ਦਿੱਤੇ ਆ, ਹਰ ਇੱਕ ਫੂਡ ਦੇ ਵਿੱਚ ਪ੍ਰੋਟੀਨ ਹੈਗਾ ਆ। ਚਾਹੇ ਫਰੂਟਸ ਆ, ਚਾਹੇ ਵੈਜੀਟੇਬਲ, ਪਰ ਅਮਾਊਂਟ ਘੱਟ ਹੁੰਦਾ ਆ। ਜਿੰਨਾ ਕਿ ਆਮ ਬੰਦੇ ਨੂੰ ਚਾਹੀਦਾ ਉਹਨਾਂ ਤਾਂ ਸਾਨੂੰ ਮਿਲ ਹੀ ਜਾਂਦਾ। ਇਹ ਸਾਡੇ ਮਾਈਂਡ ਦੇ ਵਿੱਚ ਇਹ ਬਿਠਾਇਆ ਕਿ ਨਹੀਂ, ਚਿਕਨ ਬ੍ਰੈਸਟ ਹੀ ਖਾਣੀ ਪੈਣੀ ਆ, ਉਹਦੇ ਨਾਲ ਹੀ ਸਾਡੀ ਲੰਚ ਪੂਰਾ ਹੋਣਾ ਜਾਂ ਸਾਡੀ ਮੀਲ ਪੂਰੀ ਹੋਣੀ ਆ। ਇੱਦਾਂ ਨਹੀਂ ਹੈਗਾ। ਉਹਦੇ ਤੁਸੀਂ ਵੈਜ ਫੂਡ ਖਾਓ, ਜਾਂ ਦਾਲ ਦੇ ਨਾਲ ਰਾਈਸ, ਦਾਲ ਦੇ ਨਾਲ ਤੁਸੀਂ ਚਪਾਤੀ ਖਾ ਲਓ। ਵਾਈਟ ਰਾਈਸ ਦੀ ਜਗ੍ਹਾ ਬਰਾਊਨ ਰਾਈਸ ਖਾ ਲਓ, ਉਹ ਵੀ ਬਹੁਤ ਹੈਲਦੀ ਆ। ਨਹੀਂ ਤਾਂ ਸਿੰਪਲ ਮਲਟੀਗ੍ਰੇਨ ਆਟੇ ਦੀ ਚਪਾਤੀ ਖਾ ਲਓ। ਅਤੇ ਸੈਲਡ ਕਦੀ ਨਹੀਂ ਮਿਸ ਕਰਨਾ। ਸੈਲਡ ਜੇ ਸੈਲਡ ਖਾਓਗੇ ਤਾਂ ਜਿਹੜੀ ਫੂਡ ਦੀ ਅਬਜ਼ੋਰਪਸ਼ਨ ਇਨਕਰੀਜ਼ ਹੋਣੀ ਆ। ਜਿੰਨਾ ਖੀਰਾ ਖਾ ਲਿਆ, ਬਰੋਕਲੀ ਖਾ ਲਈ, ਜਿਹੜੀ ਤੁਸੀਂ ਲੈਟਸ ਖਾ ਲਈ, ਸਪਿਨਚ ਖਾ ਲਈ, ਸਾਰੇ ਜਿੰਨਾ ਵੀ ਖਾਓਗੇ, ਉਹਦੇ ਨਾਲ ਜੇ ਤੁਸੀਂ ਫੂਡ ਖਾਧਾ, ਉਹਦਾ ਅਸਰ ਹੋ ਜਾਣਾ। ਕਿਉਂਕਿ ਅਸੀਂ ਹਮੇਸ਼ਾ ਇਹ ਸੋਚਦੇ ਹਾਂ ਕਿ ਫੂਡ ਖਾਧਾ ਕਿੰਨਾ ਅਤੇ ਉਹ ਆਪਾਂ ਮੈਟਰ ਕਰਦਾ, ਪਰ ਨਹੀਂ, ਫੂਡ ਖਾਧਾ ਇਹ ਮੈਟਰ ਨਹੀਂ ਕਰਦਾ, ਫੂਡ ਲੱਗਿਆ ਕਿੰਨਾ ਉਹ ਮੈਟਰ ਕਰਦਾ। ਰਾਈਟ। ਅਤੇ ਉਹ ਲੱਗਣਾ ਕਿੱਦਾਂ ਆ, ਜਦੋਂ ਤੁਸੀਂ, ਤੁਹਾਡਾ ਡਾਈਜੈਸ਼ਨ ਠੀਕ ਹੋਊਗੀ। ਡਾਈਜੈਸ਼ਨ ਠੀਕ ਹੋਣੀ ਆ ਗ੍ਰੀਨ ਵੈਜੀਟੇਬਲਸ ਨਾਲ, ਫਰੂਟਸ ਦੇ ਨਾਲ। ਇਹ ਤਾਂ ਕਰਕੇ ਇਹਨਾਂ ਨੂੰ ਮੈਕਸੀਮਮ ਖਾਓ। ਫਿਰ ਆ ਜਾਂਦੀ ਡਿਨਰ ਦੀ ਗੱਲ। ਈਵਨਿੰਗ ਦੇ ਵਿੱਚ ਤੁਸੀਂ ਫਿਰ ਗ੍ਰੀਨ ਟੀ ਪੀਣੀ, ਗ੍ਰੀਨ ਟੀ ਪੀ ਲਓ। ਜੇ ਠੀਕ ਆ, ਕਈ ਲੋਕ ਕਹਿੰਦੇ ਕਿ ਆਪਾਂ ਚਾਹ ਪੀਣੀ, ਠੀਕ ਆ, ਘੱਟ ਅਮਾਊਂਟ ਦੀ ਪੀ ਲਓ, ਸ਼ੂਗਰ ਘੱਟ ਕਰ ਲਓ, ਕਿਉਂਕਿ ਆਪਾਂ ਜਮਾਂ ਵੀ ਇਗਨੋਰ ਨਹੀਂ ਕਰ ਸਕਦੇ, ਕਿਉਂਕਿ ਇਹ ਕਈ ਲੋਕਾਂ ਦਾ ਸਿਰ ਦੁਖਣ ਲੱਗ ਪੈਂਦਾ ਉਹਨਾਂ ਨਾਲ, ਜੋ ਚਾਹ ਪੀਣੀ ਛੱਡ ਦੇਣ। ਠੀਕ ਹੈ ਜੀ। ਫਿਰ ਈਵਨਿੰਗ ਦੇ ਵਿੱਚ ਤੁਸੀਂ ਜਿੱਦਾਂ ਸਵੀਟ ਪੋਟੈਟੋਸ ਹੋ ਗਏ, ਉਹ ਤੁਹਾਨੂੰ ਗੁੱਡ ਕਾਰਬਸ ਆ, ਕੰਪਲੈਕਸ ਕਾਰਬਸ, ਉਹਨੇ ਐਨਰਜੀ ਦੇਣੀ, ਉਹ ਤੁਸੀਂ ਖਾ ਸਕਦੇ ਆ। ਉਹਦੇ ਨਾਲ ਤੁਸੀਂ ਹੋਰ ਪੀਨਟਸ ਖਾ ਲਏ, ਸੀਡਸ ਖਾ ਲਏ, ਉਹ ਬਹੁਤ ਵਧੀਆ। ਠੀਕ ਹੈ ਜੀ। ਰਾਤ ਨੂੰ ਸਿੰਪਲ ਦਾਲ ਫਿਰ ਖਾਓ, ਕਾਲੇ ਛੋਲੇ, ਚਿੱਟੇ ਛੋਲੇ, ਰਾਜਮਾਂਹ, ਇੰਨਾ ਵਧੀਆ ਫੂਡ ਸਾਡੀਆਂ ਮਾਵਾਂ ਬਣਾਉਂਦੀਆਂ। ਉਹਨ ਫੂਡ ਨੂੰ ਖਾਧਾ ਜਾਵੇ। ਉਹਦੇ ਨਾਲ ਤੁਸੀਂ ਇੱਕ ਚਪਾਤੀ ਮਲਟੀਗ੍ਰੇਨ ਆਟੇ ਦੀ, ਨਹੀਂ ਤਾਂ ਤੁਸੀਂ ਕੀਨੋਆ ਖਾ ਲਓ। ਕੀਨੋਆ ਕੀ ਹੈ, ਵੈਸਟਰਨ ਡਾਈਟ ਦੇ ਵਿੱਚ ਆ ਜਾਂਦਾ। ਉਹਨੂੰ ਤੁਸੀਂ ਆਪਣਾ ਵੈਜੀਟੇਬਲਸ ਪਾ ਕੇ ਕੀਨੋਆ ਬਣਾ ਲਓ, ਨਹੀਂ ਤਾਂ ਤੁਸੀਂ ਗ੍ਰੀਨ ਵੈਜੀਟੇਬਲਸ ਜਾਂ ਸਾਰੀਆਂ ਵੈਜੀਟੇਬਲਸ ਮਿਕਸ ਕਰਕੇ ਉਹਦੀ ਸਟੀਮ ਕਰਕੇ ਉਹ ਖਾਓ। ਲਾਈਟ ਫੂਡ ਖਾਓ ਰਾਤ ਦੇ ਵਿੱਚ। ਰਾਈਟ। ਹਾਂਜੀ। ਹੈਵੀ ਫੂਡ ਨਾ ਹੋਏ। ਹੈਵੀ ਫੂਡ ਤਾਂ ਸਾਰਾ ਦਿਨ ਹੀ ਨਾ ਖਾਵੇ। ਸੋ ਪਰੌਂਠੇ ਨਹੀਂ ਖਾਣੇ ਸਵੇਰੇ। ਪਰੌਂਠੇ ਇੱਦਾਂ ਆ, ਜੇ ਤੁਸੀਂ ਮਿਹਨਤ ਕਰਦੇ ਆ ਤੁਹਾਨੂੰ ਪਰੌਂਠੇ ਵੀ ਨਹੀਂ ਕੁਝ ਕਹੂਗੇ। ਗੱਲ ਇਹ ਆ ਕਿ ਜਿਹੜਾ ਫਿਜ਼ੀਕਲ ਐਕਟੀਵਿਟੀ ਬੰਦਾ ਕਰਦਾ ਜੀ, ਉਹ ਪਰੌਂਠੇ ਵੀ ਖਾ ਲੇ, ਉਹ ਮਿਹਨਤ ਇੰਨੀ ਕੁ ਕਰੇ ਕਿ ਉਹ ਸਾਰਾ ਕੁਝ ਬਰਨ ਹੋ ਜਾਵੇ। ਜੀ ਬਿਲਕੁਲ। ਇੱਕ ਜਿਹੜੀ ਤੁਸੀਂ ਗੱਲ ਕੀ ਹੈ ਬੜੀ ਇੰਪੋਰਟੈਂਟ ਕਹੀ ਕਿ ਗਰਮ ਪਾਣੀ, ਕਿਉਂਕਿ ਚਾਈਨੀਜ਼ ਲੋਕਾਂ ਨੂੰ ਅਸੀਂ ਦੇਖਦੇ ਹਾਂ ਸਾਡੇ ਨਾਲੋਂ ਜ਼ਿਆਦਾ ਤਲਾ ਖਾਂਦੇ ਨੇ ਉਹ, ਲੇਕਿਨ ਹਮੇਸ਼ਾ ਜਦੋਂ ਵੀ ਖਾਣਾ ਖਾਂਦੇ ਨੇ ਉਸ ਤੋਂ ਬਾਅਦ ਗਰਮ ਪਾਣੀ ਹੀ ਪੀਂਦੇ ਨੇ। ਉਹਨਾਂ ਦੇ ਕੋਲ ਜਦੋਂ ਵੀ ਗੱਲ ਕਰੋ, ਉਹ ਗ੍ਰੀਨ ਟੀ ਜਾਂ ਕੋਈ ਐਸੀ ਹੌਟ ਚੀਜ਼ ਨੂੰ ਹੀ ਕੰਜ਼ਿਊਮ ਕਰਦੇ ਨੇ, ਜਿਹਦੇ ਨਾਲ ਕਿ ਪ੍ਰੋਬੇਬਲੀ ਉਹ ਤੁਹਾਡੇ ਜਿਹੜੀਆਂ ਨਾੜੀਆਂ ਨੇ ਉਹ ਓਬਵੀਅਸ ਆ ਜੀ। ਜਿੱਦਾਂ ਅਸੀਂ ਸਵੇਰੇ ਉੱਠਣਾ,
ਜੇ ਮੈਂ ਆਪਣੀ ਗੱਲ ਕਰਾਂ, ਮੈਂ ਸਵੇਰੇ 2 ਜਾਂ 3 ਗਲਾਸ ਗਰਮ ਪਾਣੀ ਦੇ ਪੀਂਦਾ ਆ। ਉਸ ਤੋਂ ਮੈਂ ਆਪਣਾ ਦਿਨ ਸਟਾਰਟ ਕਰਦਾ। ਉਹਦੇ ਨਾਲ ਕੀ ਹੁੰਦਾ, ਜਿੱਦਾਂ ਸਫਾਈ ਹੋ ਜਾਂਦੀ ਸਾਡੀ ਅੰਤੜੀਆਂ ਦੀ। ਜਿੱਦਾਂ ਅਸੀਂ ਬਰਤਨ ਧੋਂਦੇ ਆ ਨਾ ਜੀ, ਬਰਤਨ ਜੇ ਆਪਾਂ ਠੰਡੇ ਪਾਣੀ ਨਾਲ ਧੋਵਾਂਗੇ, ਚੰਗੀ ਤਰ੍ਹਾਂ ਦਾਲ ਨਹੀਂ ਸਾਫ਼ ਹੋਣੀ, ਉਹਨਾਂ ਤੋਂ ਘਿਓ ਨਹੀਂ ਸਾਫ਼ ਹੋਣਾ। ਜੇ ਅਸੀਂ ਮਾੜਾ ਜਿਹਾ ਕੋਸਾ ਪਾਣੀ ਗਰਮ ਕਰਤਾ, ਉਹਨੇ ਕੁਇਕਲੀ ਸਾਫ਼ ਹੋ ਜਾਣਾ। ਇੱਦਾਂ ਹੀ ਸਾਡੀਆਂ ਨਾੜਾਂ ਦੇ ਵਿੱਚ ਰਾਤ ਦਾ ਫੂਡ ਜੋ ਖਾਧਾ ਆ, ਜੇ ਅਸੀਂ ਉਹ ਸਵੇਰੇ ਉੱਠ ਕੇ ਗਰਮ ਪਾਣੀ ਪੀਤਾ, ਉਹਨਾਂ ਨੇ ਕਲੀਨ ਕਰ ਦੇਣਾ ਸਾਨੂੰ। ਹਰਸਿਮਰਨ ਸਿੰਘ ਸਾਡੇ ਅੱਜ ਮਹਿਮਾਨ ਨੇ ਜੀ, ਪਰਸਨਲ ਟ੍ਰੇਨਰ ਹੈਗੇ ਨੇ। ਦੁਨੀਆ 'ਚ ਕਾਫੀ ਇਹਨਾਂ ਨੇ ਨਾਮ ਖੱਟਿਆ ਇਸ ਫੀਲਡ ਦੇ ਵਿੱਚ, ਕਿਉਂਕਿ ਮਿਹਨਤ ਕਰਦੇ ਨੇ ਤੇ ਉਸ ਦੇ ਸਦਕੇ ਹੁਣ ਇਹ ਅੱਗੇ ਵੀ ਆਪਣੀ ਜੋ ਇਹਨਾਂ ਦੀ ਨੌਲੇਜ ਹੈ, ਐਕਸਪੀਰੀਅੰਸ ਹੈ, ਉਸਨੂੰ ਸ਼ੇਅਰ ਕਰ ਰਹੇ ਨੇ ਤੇ ਟ੍ਰੇਨਿੰਗ ਦਿੰਦੇ ਨੇ। ਸੋ ਗੱਲਬਾਤ ਚੱਲ ਰਹੀ ਹੈ ਕਿਸ ਤਰ੍ਹਾਂ ਅਸੀਂ ਫਿਟ ਰਹਿਣਾ, ਤੇ ਖਾਸ ਤੌਰ 'ਤੇ ਜੇਕਰ ਅਸੀਂ ਮੋਟੇ ਹੋ ਗਏ ਹਾਂ ਕਿਸੇ ਕਾਰਨ ਕਰਕੇ, ਤਾਂ ਉਸ ਵਾਸਤੇ ਸਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ। ਖਾਣ ਪੀਣ ਦੇ ਸੰਬੰਧ ਵਿੱਚ ਅਸੀਂ ਬ੍ਰੇਕ ਤੋਂ ਪਹਿਲਾਂ ਗੱਲਬਾਤ ਕੀਤੀ, ਤੇ ਆਓ ਹੁਣ ਫੋਕਸ ਕਰਦੇ ਹਾਂ ਕੁਝ ਐਕਸਰਸਾਈਜ਼ਸ ਦੇ ਉੱਤੇ। ਆਫ ਕੋਰਸ ਐਕਸਰਸਾਈਜ਼ਸ ਡਿਪੈਂਡ ਹੁੰਦਾ ਹੈ, ਤੁਹਾਡੀ ਏਜ ਦੇ ਮੁਤਾਬਿਕ ਐਕਸਰਸਾਈਜ਼ ਕਰਨ ਦੀ ਲੋੜ ਹੁੰਦੀ ਹੈ। ਐਂਡ ਅਗੇਨ ਜੋ ਇਹ ਅਸੀਂ ਗੱਲਬਾਤ ਕਰ ਰਹੇ ਹਾਂ, ਇਨ ਜਨਰਲ ਟਰਮਸ ਗੱਲ ਕਰ ਰਹੇ ਹਾਂ। ਸੋ ਆਓ ਕੁਝ ਹੋਰ ਜਾਣਕਾਰੀ ਲੈਂਦੇ ਹਾਂ ਅਸੀਂ ਹਰਸਿਮਰਨ ਸਿੰਘ ਜੀ ਤੋਂ। ਜੀ ਹਰਸਿਮਰਨ, ਸੋ ਐਕਸਰਸਾਈਜ਼ ਦੀ ਜਦੋਂ ਗੱਲ ਕਰ ਰਹੇ ਹਾਂ, ਥੋੜ੍ਹਾ ਜਿਹਾ ਉਸ ਮੁਤਲਕ ਦੱਸੋ, ਕਿਸ ਤਰੀਕੇ ਦੀ ਸਟ੍ਰੈਨਸ ਐਕਸਰਸਾਈਜ਼ ਜ਼ਿਆਦਾ ਅਸੀਂ ਕਿਹੋ ਜਿਹੀ ਅਪਣਾਈਏ ਜਿਹਦੇ ਨਾਲ ਕਿ ਅਸੀਂ ਫਿਟ ਰਹਿ ਸਕੀਏ। ਹਰ ਇੱਕ ਕੋਈ ਤਾਂ ਹੁਣ ਤੁਹਾਡੇ ਵਰਗਾ ਤਾਂ ਬਣ ਨਹੀਂ ਸਕਦਾ, 6-6 8-8 ਘੰਟੇ ਨਹੀਂ ਲਾ ਸਕਦਾ ਜਿਮ 'ਚ, ਪਰ ਜੇਕਰ ਅਸੀਂ ਬੇਸਿਕਲੀ ਆਪਣੇ ਆਪ ਨੂੰ ਸੈੱਟ ਕਰਨਾ ਹੋਏ, ਥੋੜ੍ਹੀ ਜਿਹੀ ਤੋਂਦ ਆਈ ਹੋਈ ਉਹਨੂੰ ਘਟਾਉਣਾ ਹੈ, ਕੀ ਕਰੀਏ? ਹਾਂਜੀ ਸਰ, ਤੁਸੀਂ ਦੱਸਿਆ ਜਿੱਦਾਂ ਕਿ ਹਰ ਬੰਦੇ ਦੇ ਲਈ ਡਿਫਰੈਂਟ ਐਕਸਰਸਾਈਜ਼ ਪਲਾਨਸ ਹੋਣੇ ਚਾਹੀਦੇ ਆ। ਉਹ ਬਿਲਕੁਲ ਸਹੀ ਗੱਲ ਆ ਕਿ ਜਿੱਦਾਂ ਇੱਕ ਬੱਚਾ ਆ, ਬੱਚੇ ਦੇ ਕਈ ਵਾਰ ਲੋਕੀ ਪੁੱਛਦੇ ਕਿ ਛੋਟੇ ਬੱਚੇ ਨੂੰ ਆਪਾਂ ਜਿਮ 'ਚ ਪਾਈਏ ਕਿ ਨਾ ਪਾਈਏ। ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ 'ਤੇ ਗੱਲ ਕਰਦੇ ਹਾਂ। ਸੋ ਬੱਚਿਆਂ ਨੂੰ ਜਿਮ 'ਤੇ ਪਾਉਣ ਤੋਂ ਪਹਿਲਾਂ ਬੇਸਿਕ ਐਕਸਰਸਾਈਜ਼ ਕਰਵਾਉਣੀ ਸਿਖਾਓ, ਜਿਹਦੇ ਵਿੱਚ ਗਰਾਊਂਡ ਵਰਕ ਹੋਵੇ। ਗਰਾਊਂਡ ਵਰਕ ਦੇ ਵਿੱਚ ਕੀ ਹੁੰਦਾ, ਤੁਸੀਂ ਰਨਿੰਗ ਕਰਨੀ ਸਿੱਖੋ, ਤੁਸੀਂ ਡੰਡ ਮਾਰਨੇ ਸਿੱਖੋ, ਬੈਠਕਾਂ ਮਾਰਨੀਆਂ ਸਿੱਖੋ, ਆਪਣੀ ਸਟ੍ਰੈਚਿੰਗ ਐਕਸਰਸਾਈਜ਼ ਕਰੋ। ਫਿਰ ਜਾ ਕੇ ਜਦੋਂ ਉਹਨਾਂ ਦੀ ਫਿਜ਼ੀਕਲ ਬੇਸਿਕ ਐਕਸਰਸਾਈਜ਼ ਦੇ ਵਿੱਚ ਉਹ ਸਟਰੋਂਗ ਹੋ ਗਏ, ਫਿਰ ਜਾ ਕੇ 14 ਸਾਲ ਦੀ ਏਜ ਤੋਂ ਬਾਅਦ ਉਹਨਾਂ ਨੂੰ ਫਿਜ਼ੀਕਲ ਐਕਟੀਵਿਟੀ ਜਿਮ ਦੇ ਵਿੱਚ ਕਰਵਾਓ। ਉਹਦੇ ਨਾਲ ਕੀ ਹੋਣਾ, ਉਹਨਾਂ ਦੇ ਜਿਹੜੀ ਉਹ ਐਕਸਰਸਾਈਜ਼ ਜਿਹਦੇ ਵਿੱਚ ਉਹਨਾਂ ਦੇ ਸਪਾਈਨਲ ਕੋਰਡ 'ਤੇ ਜ਼ੋਰ ਨਾ ਪਵੇ, ਉਹ ਐਕਸਰਸਾਈਜ਼ ਨਹੀਂ ਕਰਵਾਉਣੀਆਂ। ਜਿੱਦਾਂ ਕਿ ਸ਼ੋਲਡਰ ਪ੍ਰੈਸ ਹੋ ਗਏ, ਉਹਦੇ ਸ਼ੋਲਡਰ ਦੇ ਵਿੱਚ ਆਪਾਂ ਵੇਟ ਰੱਖ ਕੇ ਉੱਪਰ ਨੂੰ ਪ੍ਰੈਸ ਕਰਨਾ ਹੁੰਦਾ। ਸੋ ਬੈਕਬੋਨ ਉਹਨਾਂ ਦੀ ਪ੍ਰੈਸ ਹੋਣ ਲੱਗ ਪੈਂਦੀ, ਜਿਹਦੇ ਕਰਕੇ ਉਹਨਾਂ ਦੀ ਹਾਈਟ ਰੁਕ ਸਕਦੀ ਆ। ਠੀਕ ਹੈ ਜੀ, ਇਹ 100% ਨਹੀਂ ਹੈਗਾ, ਬਟ ਫਿਰ ਵੀ ਅਸੀਂ ਕਾਮਨ ਜੀ ਗੱਲ ਆ ਕਿ ਅਗਰ ਜਦੋਂ ਅਸੀਂ ਪ੍ਰੈਸ ਕਰਾਂਗੇ, ਜਦੋਂ ਤੱਕ ਬੱਚੇ ਦਾ ਹੁੰਦਾ ਕਿ ਉਹਨੇ ਹਾਈਟ ਵਧਣੀ ਆ, ਉਹਨੂੰ ਪ੍ਰੈਸ ਕਰ ਦਿੱਤਾ, ਹੋ ਸਕਦਾ ਉਹ ਰੁਕ ਸਕਦੇ ਜੀ। ਠੀਕ ਹੈ ਜੀ, ਸਕੁਐਟਸ ਲਗਾਣੀ ਨਾ ਲਗਾਈ ਜਾਵੇ। ਬਾਕੀ ਸਾਰੀਆਂ ਸਿੰਪਲ ਐਕਸਰਸਾਈਜ਼ ਜਿੱਦਾਂ ਚਿਨਅਪਸ ਹੋ ਗਏ, ਜਿੱਥੇ ਲਟਕਣਾ ਹੁੰਦਾ ਆ, ਬੀਮ ਜਿਹਨੂੰ ਕਹਿੰਦੇ ਆ, ਉਹ ਆਪਣੇ ਬੇਸਿਕ ਐਕਸਰਸਾਈਜ਼ ਦਾ ਡੰਡ ਜਿੰਨੇ ਮਾਰ ਸਕਦੇ ਉਨੇ ਥੋੜ੍ਹੇ ਆ। ਕਿਉਂਕਿ ਮੈਂ ਦੇਖਦਾ ਹੁੰਦਾ ਕਿ ਜਿਹੜੇ ਬੱਚੇ ਆ, ਜਿਹੜੇ ਆਮ ਜਿਹੜਾ ਯੂਥ ਆ, ਜਿਹੜੇ ਮੇਰੇ ਭਰਾ ਮੇਰੀਆਂ ਭੈਣਾਂ, ਜਾਂ ਉਹ ਸਿੱਧੇ ਆ ਕੇ ਵੇਟ ਟ੍ਰੇਨਿੰਗ ਅਟੈਕ ਕਰਦੇ ਆ, ਸਿੱਧੇ ਬੈਂਚ ਪ੍ਰੈਸ ਲਾਉਣ ਲੱਗ ਪੈਂਦੇ ਆ, ਬਾਈਸੈਪਸ ਕਰ ਲਾ ਲੈਂਦੇ ਆ, ਪਰ ਉਹਨਾਂ ਕੋਲ ਆਪਣਾ ਵੇਟ ਨਹੀਂ ਚੱਕਿਆ ਜਾਂਦਾ, ਜਿਹਦੇ ਕਰਕੇ ਫਿਟਨੈਸ ਲੈਵਲ ਅਚੀਵ ਨਹੀਂ ਹੁੰਦਾ। ਅਸੀਂ ਸੋਚਦੇ ਰਹਿੰਦੇ ਕਿ ਯਾਰ ਜਿਹੜੇ ਇੱਕ ਲੀਡ ਲੈਵਲ ਦਾ ਸਪੋਰਟਸ ਪਰਸਨ ਆ, ਉਹ ਇੰਨਾ ਤਕੜਾ ਡਿਫਰੈਂਟ ਵੇ ਨਾਲ ਆਮ ਬੰਦੇ ਤੋਂ ਤਾਂ ਕਦੀ ਬੋਡੀ ਨਹੀਂ ਬਣ ਸਕਦੀ। ਕਿਉਂਕਿ ਆਪਾਂ ਬੇਸਿਕਸ ਨੂੰ ਭੁੱਲ ਗਏ ਆ। ਅਸੀਂ 2-2 ਕਰਕੇ 3-3 ਕਰਕੇ ਵੀ ਡੰਡ ਮਾਰਨ ਲੱਗ ਜੇ, ਅਸੀਂ ਫਿੱਟ ਹੋ ਸਕਦੇ ਹਾਂ। ਮੈਂ ਆਪਣੀ ਗੱਲ ਦੱਸਦਾ, ਜਦੋਂ ਮੈਂ ਨਹੀਂ ਗੇਮ ਕਰਦਾ ਸੀਗਾ, ਮੇਰੇ ਕੋਲ 3-4 ਡੰਡ ਨਹੀਂ ਵੱਜਦੇ ਸੀਗੇ, ਪਰ ਫਿਰ ਕੀ ਕੀਤਾ, ਮੈਂ 3-3 4-4 ਡੰਡ ਕਰਕੇ ਰੈਗੂਲਰ ਮਾਰਨੇ ਸ਼ੁਰੂ ਕੀਤੇ। ਰੈਗੂਲਰ ਮਾਰੇ 3 ਡੰਡ ਦਾ ਇੱਕ ਸੈੱਟ, 4 ਡੰਡ ਦਾ ਇੱਕ ਸੈੱਟ ਮਾਰ ਕੇ ਵਾਕ ਕੀਤੀ ਥੋੜ੍ਹੀ ਜਿਹੀ, ਫਿਰ ਮਾਰਿਆ। ਇੱਦਾਂ ਮੈਂ 30 ਡੰਡ ਪਹਿਲੇ ਦਿਨ ਸਟਾਰਟ ਕਰਤੇ, ਅਗਲੇ ਦਿਨ ਮੈਂ 40 ਡੰਡ ਮਾਰ ਲਏ। ਹੌਲੀ ਹੌਲੀ ਜਦੋਂ ਮੈਂ ਰੈਗੂਲਰ ਰਿਹਾ, 100 200 300 500 1000 ਡੰਡ ਵੀ ਮਾਰਦੇ ਰਹੇ। ਸੋ ਇੱਕ ਪਹਿਲੇ ਨੰਬਰ 'ਤੇ ਹਰ ਬੰਦੇ ਨੂੰ ਚਾਹੀਦਾ ਉਹ ਪੁਸ਼ਅਪਸ ਮਾਰਨੇ ਸਿੱਖਣ, ਬੈਠਕਾਂ ਮਾਰਨ ਸਿੱਖਣ। ਇਸ ਤੋਂ ਬਾਅਦ ਉਹ ਫਿਜ਼ੀਕਲ ਐਕਟੀਵਿਟੀ ਆ ਜਾਏ। ਹੁਣ ਗੱਲ ਹੈ ਨੌਜਵਾਨਾਂ ਦੀ। ਨੌਜਵਾਨਾਂ ਨੂੰ ਵੀ ਇਹੀ ਮੈਂ ਸਲਾਹ ਦਿੰਦਾ ਕਿ ਪੂਰੀ ਬੋਡੀ ਦੀ ਸਟਰੈਚਿੰਗ ਕਰੋ, ਪਹਿਲਾਂ ਤਾਂ ਵਾਰਮ ਅਪ ਕੰਪਲੀਟਲੀ ਕਰੋ। ਕਿਉਂਕਿ ਮੈਂ ਦੇਖਦਾ ਕਿ ਜਦੋਂ ਅਸੀਂ ਜਿਮ ਦੇ ਵਿੱਚ ਜਾਂਦੇ ਹਾਂ ਤੇ ਅਸੀਂ ਵਾਰਮ ਅਪ ਤਾਂ ਕਰਦੇ ਹੀ ਨਹੀਂ। ਅਸੀਂ ਗੱਡੀ ਵੀ ਹੁਣ ਆਪਾਂ ਠੰਡ ਦੇ ਵਿੱਚ ਗਰਮ ਕਰਨੀ ਪੈਂਦੀ ਸਾਨੂੰ, ਤੇ ਅਸੀਂ ਸਿੱਧੇ ਹੀ ਆ ਕੇ ਮਸ਼ੀਨਾਂ ਲਾਉਣ ਲੱਗ ਪੈਂਦੇ ਆ ਨਾ, ਤੇ ਜਿਹਦੇ ਕਰਕੇ ਸ਼ੋਲਡਰ ਤੇ ਪੇਨ, ਲੱਕ ਤੇ ਪੇਨ, ਗੋਡਿਆਂ ਤੇ ਪੇਨ, ਕਿ ਜਿਮ ਲਾ ਕੇ ਇੰਜਰੀ ਹੋ ਗਈ। ਇੰਜਰੀ ਇੱਦਾਂ ਕਿੱਦਾਂ ਹੋ ਸਕਦੀ ਆ? ਜਿਮ ਲਾ ਕੇ ਤਾਂ ਬੰਦਾ ਸਟਰੋਂਗ ਬਣਦਾ, ਇੰਜਰੀ ਨੂੰ ਠੀਕ ਹੋ ਸਕਦੀ ਆ, ਪਰ ਅਸੀਂ ਇੰਜਰਡ ਹੋ ਗਏ। ਉਹ ਕਿਉਂਕਿ ਅਸੀਂ ਵਾਰਮ ਅਪ ਨਹੀਂ ਕੀਤਾ, ਅਸੀਂ ਕੋਰ ਸਟਰੋਂਗ ਨਹੀਂ ਕੀਤੀ। ਕੋਰ ਜਿੱਦਾਂ ਕਿ ਸਾਡੇ ਐਬਡੋਮੀਨਲ ਦਾ ਹਿੱਸਾ, ਸਾਡੀ ਬੈਕ ਦਾ ਹਿੱਸਾ, ਸਾਈਡਾਂ ਜਿਹੜੀਆਂ ਓਬਲੀਕਸ ਹੋ ਗਏ, ਇਹਨਾਂ ਦੀਆਂ ਇੱਕ ਡਿਫਰੈਂਟ ਐਕਸਰਸਾਈਜ਼ਸ ਹੁੰਦੀਆਂ। ਠੀਕ ਆ, ਹੁਣ ਗੱਲ ਆ ਜਾਂਦੀ ਆ ਕਿ ਜੇ ਜਿਹੜੇ ਆਪਣੇ ਓਲਡ ਏਜ ਪਰਸਨ ਦੇ ਆ ਗਏ, ਸੀਨੀਅਰ ਮਿਡ ਏਜ ਦੇ ਵਿੱਚ ਆ ਗਏ, ਹਾਂਜੀ, ਜਿਹਨਾਂ ਕੋਲ ਟਾਈਮ ਨਹੀਂ ਮਿਲਦਾ ਐਕਸਰਸਾਈਜ਼ ਕਰਨ ਦਾ, ਉਹ 10 ਮਿੰਟ 20 ਮਿੰਟ ਉੱਠ ਕੇ ਸਵੇਰੇ ਇੱਕ ਤਾਂ ਯੋਗਾ ਕਰੋ। ਘਰ ਦੇ ਵਿੱਚ ਕਿਤੇ ਵੀ ਜਾਣ ਦੀ ਲੋੜ ਨਹੀਂ। ਦੁਨੀਆ ਦੀ ਸਭ ਤੋਂ ਬੈਸਟ ਐਕਸਰਸਾਈਜ਼ ਆ ਯੋਗਾ। ਓਮ ਬਲੋਮ ਕਪਾਲਭਾਤੀ ਕੀਤੀ ਜਾਵੇ, ਸਿੰਪਲ ਆਸਣ ਕੀਤੇ ਜਾਣ। ਮੈਂ ਕਹਿੰਦਾ YouTube ਦੇ ਉੱਤੇ ਤੁਸੀਂ ਯੋਗਾ ਦੀਆਂ ਵੀਡੀਓਜ਼ ਲਗਾ ਦਿਓ, 1-1 ਘੰਟੇ ਦੇ ਤੁਹਾਡੇ ਆਸਣ ਹੁੰਦੇ, ਹਰ ਇੱਕ ਬੰਦਾ ਉਹ ਕਰ ਸਕਦਾ। ਚਾਹੇ ਮੇਰੀਆਂ ਭੈਣਾਂ ਆ, ਮਾਤਾਵਾਂ ਆ, ਮੇਰੇ ਬਜ਼ੁਰਗ ਜਿੰਨੇ ਵੀ ਹੈਗੇ ਆ, ਘਰ ਦੇ ਵਿੱਚ ਬਹਿ ਕੇ ਕਿਸੇ ਵੀ ਤਰੀਕੇ ਦੀ ਫਿਟਨੈਸ ਲੈਵਲ ਨੂੰ ਅਚੀਵ ਕਰ ਸਕਦੇ, ਸਪੈਸ਼ਲੀ ਫੈਟ ਬਰਨ ਜੀ। ਯੋਗਾ ਦੇ ਨਾਲ ਤੁਸੀਂ ਫੈਟ ਬਰਨ ਈਜ਼ਲੀ ਅਚੀਵ ਕਰ ਸਕਦੇ। ਈਵਨ ਤੁਹਾਨੂੰ ਫਿਜ਼ੀਕਲ ਬਹੁਤ ਜ਼ਿਆਦਾ ਬੋਡੀ ਨੂੰ ਸਟ੍ਰੈਸ ਨਹੀਂ ਦੇਣ ਦੀ ਲੋੜ। ਜਿਹੜੀ ਐਕਸਰਸਾਈਜ਼ ਤੁਹਾਨੂੰ ਚੰਗੀ ਲੱਗੇ ਸਿਰਫ ਉਹ ਕਰਨੀ ਆ ਜੀ, ਔਰ ਇਹਦੇ ਨਾਲ ਤੁਸੀਂ ਆਪਣੀ ਹੈਲਥ ਠੀਕ ਕਰ ਸਕਦੇ ਆ। ਰਾਈਟ।
ਸੋ ਅਗੇਨ ਇਹ ਜਿਹੜੀਆਂ ਗੱਲਾਂ ਅਸੀਂ ਕੀਤੀਆਂ ਇਹਦੇ ਨਾਲ ਬੈਂਚ ਪ੍ਰੈਸ ਦੀ ਗੱਲ ਕੀਤੀ ਤੁਸੀਂ ਜਾਂ ਜਿਮ 'ਚ ਆ ਕੇ ਕੁਝ ਐਕਸਰਸਾਈਜ਼ ਦੀ ਗੱਲ ਕੀਤੀ ਹੈ ਹਾਂਜੀ। ਪਰ ਜੇਕਰ ਮੋਟਾਪਾਪਨ ਹੈਗਾ ਉਹਦੇ ਵਾਸਤੇ ਕੋਈ ਸਪੈਸੀਫਿਕ ਐਕਸਰਸਾਈਜ਼ ਰਿਕਮੈਂਡ ਕਰਨਾ ਚਾਹੋਗੇ? ਹਾਂਜੀ ਜੀ, ਜਿਹੜੀ ਫੈਟ ਬਰਨ ਹੁੰਦੀ ਆ ਉਹਨੂੰ ਕੰਬਾਈਨ ਕਰਨਾ ਚਾਹੀਦਾ ਸਾਨੂੰ ਹਰ ਇੱਕ ਟ੍ਰੇਨਿੰਗ ਨੂੰ। ਉਹਦੇ ਵਿੱਚ ਰੈਜ਼ਿਸਟੈਂਸ ਟ੍ਰੇਨਿੰਗ, ਠੀਕ ਆ, ਕਾਰਡੀਓਵੈਸਕੂਲਰ ਟ੍ਰੇਨਿੰਗ, ਇਹ ਸਾਰੀਆਂ ਸਾਨੂੰ ਕਰਨੀਆਂ ਪੈਣੀਆਂ। ਕਾਰਡੀਓਵੈਸਕੂਲਰ ਦੇ ਵਿੱਚ ਕੀ ਆ ਜਾਂਦਾ, ਤੁਸੀਂ ਰਨਿੰਗ ਕਰੋ, ਜੋਗਿੰਗ ਕਰੋ, ਸਾਈਕਲ ਚਲਾ ਲਓ, ਸਟੇਅਰ ਮਾਸਟਰ ਕਰ ਲਓ। ਉਹ ਚਾਹੇ ਤੁਸੀਂ 10-10 ਮਿੰਟ ਵੀ ਕਰ ਲਿਆ, ਤੁਹਾਡਾ ਬਲੱਡ ਸਰਕੂਲੇਸ਼ਨ ਤੇਜ਼ ਹੋ ਜਾਣੀ ਆ। ਬਲੱਡ ਸਰਕੂਲੇਸ਼ਨ, ਬੋਡੀ ਦੇ ਵਿੱਚ ਆਕਸੀਜਨ ਪ੍ਰੋਪਰ ਮਿਲਣੀ ਆ। ਜਦੋਂ ਆਕਸੀਜਨ ਮਿਲਣੀ, ਜੋ ਵੀ ਨਿਊਟ੍ਰੀਸ਼ਨਸ ਖਾਦੇ ਆ ਉਹ ਹਰ ਆਰਗਨਸ ਤੇ ਪਹੁੰਚਣੇ ਆ, ਔਰ ਉਹਦੇ ਨਾਲ ਸਾਡੀ ਜਿਹੜੀ ਫੈਟ ਵੀ ਘੱਟ ਹੋਣੀ ਆ, ਔਰ ਸਾਡੀ ਬੋਡੀ ਦੇ ਵਿੱਚ ਵੀਕਨੈਸ ਵੀ ਦੂਰ ਹੋਣੀ ਆ। ਰਾਈਟ, ਠੀਕ ਆ। ਫਿਰ ਆ ਜਾਂਦੀਆਂ ਬੋਡੀ ਵੇਟ ਟ੍ਰੇਨਿੰਗ, ਜਿਹਦੇ ਵਿੱਚ ਜੰਪਿੰਗ ਜੈਕ, ਬੈਠਕਾਂ, ਹਲਕੀ ਬੋਡੀ ਨੂੰ ਸਟ੍ਰੈਸ ਕਰ ਲਓ, ਮਾਊਂਟੇਨ ਕਲਾਈਮਬਿੰਗ, ਬਹੁਤ ਸਾਰੀਆਂ ਐਕਸਰਸਾਈਜ਼ਾਂ ਜਿਹੜੀਆਂ ਅਸੀਂ ਮੈਟ ਦੇ ਉੱਤੇ ਤੇ ਅਸੀਂ ਇੱਕ ਜਗ੍ਹਾ ਤੇ ਖੜ ਕੇ ਕਰ ਸਕਦੇ ਹਾਂ ਜੀ। ਉਹਦੇ ਨਾਲ ਫੈਟ ਬਰਨ ਹੋ ਜਾਣੀ ਆ। ਠੀਕ ਆ ਜੀ। ਫਿਰ ਰੈਜ਼ਿਸਟੈਂਸ ਟ੍ਰੇਨਿੰਗ ਤਾਂ ਹੈਗੀ ਆ। ਰੈਜ਼ਿਸਟੈਂਸ ਟ੍ਰੇਨਿੰਗ ਮਤਲਬ ਕਿ ਜਦੋਂ ਅਸੀਂ ਭਾਰ ਚੁੱਕਣਾ, ਹੁਣ ਉਹ ਚਾਹੇ ਤੁਸੀਂ ਬੈਂਚ ਪ੍ਰੈਸ ਲਾ ਲਓ, ਤੁਸੀਂ ਇੱਕ ਡੇ ਕਰ ਲਓ ਚੂਜ਼ ਕਿ ਚੈਸਟ ਦਾ ਡੇ ਲਾਉਣਾ, ਅਗਲੇ ਦਿਨ ਤੁਸੀਂ ਬੈਕ ਲਾਉਣੀ ਆ, ਅਗਲੇ ਦਿਨ ਤੁਸੀਂ ਆਰਮਸ ਲਾਉਣੀਆਂ, ਲੈਗ ਲਾਉਣੀਆਂ, ਸ਼ੋਲਡਰ ਲਾਉਣੇ, ਇੱਦਾਂ ਤੁਹਾਡੇ ਡੇਜ਼ ਕੱਢ ਲਓ। ਠੀਕ ਹੈ ਜੀ। ਉਹ ਤੁਸੀਂ ਪ੍ਰੋਪਰ ਵਰਕਆਊਟ ਕਰੋ, ਉਹਦੇ ਨਾਲ ਤੁਹਾਡੀ ਪੂਰੀ ਬੋਡੀ, ਪੂਰਾ ਵਰਕਆਊਟ ਕੰਪਲੀਟ ਹੋ ਜਾਣਾ। ਸੋ ਤੁਹਾਡੇ ਕੋਲ ਜਿਹੜੇ ਤੁਹਾਡੇ ਕਲਾਇੰਟਸ ਆਉਂਦੇ ਨੇ ਉਹਨਾਂ ਨੂੰ ਤੁਸੀਂ ਇਸੇ ਤਰੀਕੇ ਨਾਲ ਟ੍ਰੇਨ ਕਰਦੇ? ਹਾਂਜੀ, ਕੰਬੀਨੇਸ਼ਨ 'ਚ ਕਰਵਾਈਦਾ ਆ। Right. ਹੁਣ ਅਸੀਂ ਪੁੱਛਣਾ ਪੈਂਦਾ ਕਿ ਕਲਾਇੰਟਸ ਨੂੰ ਕਿ ਕਿਤੇ ਪੇਨ ਤਾਂ ਨਹੀਂ ਹੋ ਰਹੀ। ਕੋਈ ਪਰਟੀਕੂਲਰ ਐਕਸਰਸਾਈਜ਼ ਕਰਕੇ ਕਈ ਵਾਰ ਉਹਨਾਂ ਦੀ ਜੇ ਬੈਕ ਤੇ ਪੇਨ ਆ, ਉਹ ਬੈਕ ਪੇਨ ਵੱਧ ਸਕਦੀ ਆ। ਰਾਈਟ, ਠੀਕ ਹੈ। ਉਹਨਾਂ ਦੀ ਪਹਿਲਾਂ ਬੋਡੀ ਕੰਡੀਸ਼ਨ ਚੈੱਕ ਕਰਨੇ, ਪਹਿਲੇ 2-4-5 ਸੈਸ਼ਨ ਦੇ ਵਿੱਚ ਤਾਂ ਅਸੀਂ ਸਮਝੀਦਾ ਬੋਡੀ ਨੂੰ। ਹਾਂਜੀ, ਉਹਨਾਂ ਕੋਲ ਰਨਿੰਗ ਕਿੰਨੀ ਕਰ ਹੁੰਦੀ ਆ, ਕੋਈ ਹਾਰਟ ਦੀ ਪ੍ਰੋਬਲਮ ਤਾਂ ਨਹੀਂ ਹੈਗੀ। ਜੇ ਹਾਰਟ ਦੀ ਪ੍ਰੋਬਲਮ ਤਾਂ ਉਹ ਇੰਟੈਂਸਿਟੀ ਲੋ ਕਰ ਦੇਈਦੀ ਉਸ ਅਕੋਰਡਿੰਗ। ਜੇ ਆਪਾਂ ਰਨਿੰਗ ਕਰਾਉਣੀ ਆ ਤਾਂ ਲੋ ਇੰਟੈਂਸਿਟੀ, ਪਹਿਲਾਂ ਵਾਕ ਤੋਂ ਸਟਾਰਟ ਕਰੀਦਾ ਆ ਜੀ। ਹੁਣ ਮੈਂ ਰਿਕਮੈਂਡ ਕੀ ਕਰਦਾ, ਜਦੋਂ ਅਸੀਂ ਈਵਨ ਪਰਸਨਲ ਟ੍ਰੇਨਿੰਗ ਦਾ ਅੱਜਕੱਲ੍ਹ ਬਹੁਤ ਟ੍ਰੈਂਡ ਆ, ਲੋਕੀ ਚਾਹੁੰਦੇ ਵੀ ਕਿ ਚੰਗਾ ਪਰਸਨਲ ਟ੍ਰੇਨਰ ਹਾਇਰ ਕਰ ਲਈਏ, ਪਰ ਇੱਕ ਪਰਸਨਲ ਟ੍ਰੇਨਿੰਗ ਤੋਂ ਜਾਣ ਤੋਂ ਪਹਿਲਾਂ ਅਸੀਂ ਜੇ ਆਪਣੇ ਪੈਸੇ ਵੀ ਸੇਵ ਕਰਨੇ ਆ, ਅਸੀਂ ਆਪਣਾ ਥੋੜ੍ਹਾ ਜਿਹਾ ਸੈਲਫ ਵਰਕ ਕਰੀਏ। ਸੈਲਫ ਵਰਕ ਕੁਝ ਨਹੀਂ ਹੈਗਾ, ਇਹਦੇ ਵਿੱਚ ਕੋਈ ਡਿਫਰੈਂਟ ਨਹੀਂ ਹੈ, ਕੋਈ ਡਿਫੀਕਲਟ ਕੰਮ ਨਹੀਂ ਹੈਗਾ। ਸਿਰਫ ਵਾਕ ਕਰਨੀ ਸ਼ੁਰੂ ਕਰ ਦਿਓ। ਇਨਕਲਾਈਨਡ ਕਰਕੇ ਟ੍ਰੈਡਮਿਲ ਨੂੰ ਤੁਸੀਂ 45 ਮਿੰਟ ਜੇ ਵਾਕ ਕਰਦੇ ਆ, ਤੁਸੀਂ 1 ਮਹੀਨੇ 'ਚ 3-3, 4-4, 5-5 ਕਿਲੋ weight ਵੀ ਰਿਡਿਊਸ ਕਰ ਸਕਦੇ ਆ। ਇਨਕਲਾਈਨਡ ਟ੍ਰੈਡਮਿਲ ਨਾਲ ਤੁਹਾਡੇ ਗਲੂਟਸ ਵੀ ਸਟਰੋਂਗ ਹੋ ਗਏ, ਜੋ ਅੱਜ ਕੱਲ੍ਹ ਵੀਕ ਹੋਏ ਪਏ ਆ। ਸਾਡਾ ਹਿਪ ਵੀਕ ਹੋਈ ਪਈ ਆ, ਜਿਹਦੇ ਕਰਕੇ ਸਾਡੇ ਲੋਅਰ ਬੈਕ ਪੇਨ ਹੋ ਰਹੀ ਆ ਜੀ। ਇੱਦਾਂ ਹੀ ਕੋਈ ਵੀ ਐਕਸਰਸਾਈਜ਼ ਆ ਤੁਸੀਂ ਉਹਨੂੰ ਕਰੋ, ਕੋਈ ਪ੍ਰੋਬਲਮ ਨਹੀਂ ਆ ਰਹੀ ਤੁਹਾਨੂੰ। ਰਾਈਟ, ਹਾਂਜੀ, ਐਬਸੋਲੂਟਲੀ ਜੀ। ਜੋ ਤੁਸੀਂ ਗੱਲਾਂ ਕੀਤੀਆਂ ਨੇ ਬੜੀ ਸਿੰਪਲ ਨੇ ਬਟ ਬੜੀ ਪ੍ਰੋਫਾਊਂਡ ਹੈਗੀਆਂ ਨੇ। ਜੇਕਰ ਅਸੀਂ ਇਹਨਾਂ ਨੂੰ ਫੋਲੋ ਕਰੀਏ ਤਾਂ ਡੈਫੀਨੇਟਲੀ ਅਸੀਂ ਸਿਹਤਮੰਦ ਹੋ ਸਕਦੇ ਹਾਂ ਅਤੇ ਆਪਣੇ ਸਰੀਰ ਦੀ ਤੰਦਰੁਸਤੀ ਲਈ ਆਪ ਜ਼ਿੰਮੇਵਾਰ ਬਣ ਸਕਦੇ ਹਾਂ। ਅਖੀਰ ਵਿੱਚ ਗੱਲਾਂ ਤਾਂ ਹੋਰ ਬਹੁਤ ਕਰਨੀਆਂ ਪਰ ਸਮਾਂ ਨਹੀਂ ਆਗਿਆ ਦੇ ਰਿਹਾ। ਸਮਾਂ ਤਾਂ ਭੱਜਦਾ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਹੁੰਦੇ, ਕਿਉਂਕਿ ਇਸ ਤੋਂ ਬਾਅਦ ਅਸੀਂ ਪੰਜਾਬ ਜਾ ਕੇ ਉੱਥੋਂ ਦੀ ਖਬਰਸਾਰ ਲੈਣੀ ਹੈ। ਪਰਸੋਂ ਇਲੈਕਸ਼ਨਾਂ ਹੋਣ ਜਾ ਰਹੀਆਂ ਉੱਥੇ। ਅਖੀਰ ਦੇ ਵਿੱਚ ਕੋਈ ਐਸਾ ਟਿਪ ਜਿਹੜਾ ਜਿਹਨੂੰ ਕਹਿੰਦੇ ਨੇ ਜੀ ਕਿ ਇੱਕ ਇਹ ਚੀਜ਼ ਮੰਤਰ ਜਿਹਨੂੰ ਕਹਿੰਦੇ ਨੇ ਗੁਰਮੰਤਰ, ਇਹਨੂੰ ਅਪਣਾ ਲਓ ਅਤੇ ਤੁਸੀਂ ਹਰ ਚੀਜ਼ ਲਈ ਹੌਲੀ ਹੌਲੀ ਗ੍ਰੈਜੂਅਲੀ ਅਪ ਜਾਂਦੇ ਰਹੋਗੇ, ਕੀ ਹੋਏਗਾ ਅਖੀਰ ਵਿੱਚ, ਕੀ ਕਹੋ? ਗੁਰਮੰਤਰ ਇਹ ਹੈ ਕਿ ਜੀ ਆਪਣੇ ਬ੍ਰੇਨ ਨੂੰ ਟ੍ਰੇਨ ਕਰ ਲਓ। ਜਦੋਂ ਦਿਮਾਗੀ ਤੌਰ ਤੇ ਅਸੀਂ ਸਟਰੋਂਗ ਹੋ ਗਏ ਆ, ਅਸੀਂ ਗੁਰਬਾਣੀ ਪੜ੍ਹਿਆ ਕਰੋ। ਅਸੀਂ ਜੇ ਹਿੰਦੂ ਭਰਾ ਆਪਣੇ ਹਨੂੰਮਾਨ ਚਾਲੀਸਾ ਪੜ੍ਹਿਆ ਕਰੋ, ਉਸ ਤੋਂ ਬਾਅਦ ਆਪਣੀ ਹੈਲਥ ਦਾ ਖਿਆਲ ਰੱਖੋ। ਤੁਸੀਂ ਤੁਹਾਨੂੰ ਜਦੋਂ ਮੈਂਟਲੀ ਤੁਸੀਂ ਸਾਈਕੋਲੋਜੀਕਲ ਸਟਰੋਂਗ ਆ, ਫਿਜ਼ੀਕਲੀ ਤੁਸੀਂ ਆਪਣੇ ਆਪ ਸਟਰੋਂਗ ਹੋ ਜਾਣਾ ਆ। ਬਿਲਕੁਲ। ਸੋ ਇਹ ਮੇਰਾ ਗੁਰਮੰਤਰ ਹੈ ਕਿ ਮੈਂਟਲੀ ਸਟਰੋਂਗ ਹੋਣਾ ਪੈਣਾ ਸਾਨੂੰ ਫਿਜ਼ੀਕਲ ਟਰਾਂਸਫੋਰਮੇਸ਼ਨ ਲਈ। ਸੋ ਪਹਿਲਾਂ ਟਰਾਂਸਫੋਰਮੇਸ਼ਨ ਦਾ ਜਿਹੜਾ ਤੁਸੀਂ ਮਨ ਬਣਾ ਰਹੇ ਹੈਗੇ, ਉਸ ਵਾਸਤੇ ਯਕੀਨਨ ਇਹ ਕਰ ਲਓ ਕਿ ਜਦੋਂ ਤੁਹਾਨੂੰ ਜਾਣ ਦੀ ਵਾਰੀ ਹੋਏ ਤਾਂ ਉਸ ਸਮੇਂ ਇਹ ਨਾ ਹੋਏ ਕਿ ਚੱਲ 5 ਮਿੰਟ ਹੋਰ ਸੌਂ ਜਾਈਏ। ਉੱਠ ਕੇ ਬਾਹਰ ਨਿਕਲੋ, ਜਿੰਨਾ ਤੁਸੀਂ ਬਾਹਰੋਂ ਬਾਹਰ ਜਾਓਗੇ, ਜਿੰਨਾ ਵਾਕ ਕਰੋਗੇ ਜਾਂ ਐਕਸਰਸਾਈਜ਼ ਕਰੋਗੇ ਜਾਂ ਰਨ ਕਰੋਗੇ ਜਾਂ ਜਿਮ ਜਾਓਗੇ, ਉਹ ਨਹੀਂ ਤੁਸੀਂ ਤੰਦਰੁਸਤ ਰਹੋਗੇ। ਬਹੁਤ ਖੂਬ। ਹਰਸਿਮਰਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਥੇ ਆ ਕੇ ਤੁਸੀਂ ਸਾਡੇ ਨਾਲ ਅੱਜ ਬੜੇ ਹੀ ਇਸ ਇੰਪੋਰਟੈਂਟ ਟੌਪਿਕ 'ਤੇ ਗੱਲਬਾਤ ਕੀਤੀ ਹੈ ਅਤੇ ਇਹ ਸੈਗਮੈਂਟ ਵਿੱਚ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਤੁਹਾਡੇ ਨਾਲ ਵਿਸਥਾਰਪੂਰਕ ਇਸ਼ੂਜ਼ ਨੂੰ ਲੈ ਕੇ ਗੱਲਬਾਤ ਕਰਾਂਗੇ, ਜਿਸ ਨਾਲ ਕਿ ਅਸੀਂ ਫਿੱਟ ਰਹਿ ਸਕਦੇ ਹਾਂ, ਮਾਨਸਿਕ ਤੌਰ 'ਤੇ ਵੀ ਅਤੇ ਸਿਹਤ ਸਾਡੀ ਸਰੀਰਕ ਤੌਰ 'ਤੇ ਵੀ ਠੀਕ ਰਹੇ। ਉਸ ਵਾਸਤੇ ਇੱਥੇ ਸਟੂਡੀਓ ਵਿੱਚ ਆ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ।